ਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਜਿਨੀ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਅੰਤਰ ਗਿਆਨ ਨਾ ਆਇਓ, ਮਿਰਤਕ ਹੈ ਸੰਸਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤੁ ਹੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਨਨ ਪਿਤਾ ਲੋਕ ਸੁਤ ਬੰਤਾ, ਕੋਇ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਾਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਰਵਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ,
ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਰ ਵਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ, ਗੁਰੂ ਸਵਾਰੀ, ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਪਾਵਨ ਪਵਿੱਤਰ ਸ਼ਬਦ ਸੋ ਦਰ ਬਾਣੀ ਦਾ 5ਵਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 10 ਅੰਗ ਤੇ ਸ਼ੋਭਨੀਕ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਭਾਈ ਨਵਨੀਤ ਸਿੰਘ ਜੀ ਆਪ ਜੀ ਨੂੰ ਸ਼ਰਵਣ ਕਰਵਾਉਣਗੇ। ਇੱਕ ਦਿਨ ਦਾ ਭਾਈ ਸਾਹਿਬ ਜੀ ਦਾ ਸਮਾਂ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਜੋ ਨਿਤਾ ਪ੍ਰਤੀ ਆਪ ਸੰਗਤ ਪ੍ਰਤੀ ਬੇਨਤੀਆਂ ਕੀਤੀਆਂ ਜਾਂਦੀਆਂ ਨੇ। 25 ਜੂਨ ਦਿਨ ਸ਼ਨੀਵਾਰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿੰਨਾਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਮਹਿਰੋਲੀ ਵਿਖੇ ਮਨਾਇਆ ਜਾ ਰਿਹਾ ਹੈ। 26 ਜੂਨ ਦਿਨ ਐਤਵਾਰ, ਜੋ 24 ਜੂਨ ਤੋਂ ਲੈ ਕੇ 25 ਜੂਨ ਤੱਕ ਵੱਖ-ਵੱਖ ਸਿੰਘ ਸਭਾਵਾਂ ਦੇ ਵਿੱਚ, ਵੱਖ-ਵੱਖ ਇਲਾਕਿਆਂ ਦੇ ਵਿੱਚ ਗੁਰਮਤਿ ਕੈਂਪ ਬੱਚਿਆਂ ਦੇ ਲਗਾਏ ਜਾ ਰਹੇ ਨੇ, ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਨੀ, ਪੰਜਾਬੀ ਬੋਲਣੀ, ਗੁਰਮਤਿ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਜਿੱਥੇ ਆਪ ਸੰਗਤਾਂ ਉਹਨਾਂ ਕੈਂਪਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਆਪਣੇ ਬੱਚਿਆਂ ਸਮੇਤ ਭਰ ਰਹੇ ਹੋ, ਉੱਥੇ 26 ਜੂਨ ਦਿਨ ਐਤਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵਿਸ਼ੇਸ਼ ਗੁਰਮਤਿ ਸਮਾਗਮ ਸਵੇਰੇ 9 ਵਜੇ ਤੋਂ ਦੁਪਹਿਰ ਤੱਕ ਕਰਵਾਇਆ ਜਾ ਰਿਹਾ ਹੈ। ਆਪ ਸੰਗਤਾਂ ਪ੍ਰਤੀ ਬੇਨਤੀ ਹੈ, ਵੱਧ ਤੋਂ ਵੱਧ ਆਪਣੇ ਬੱਚਿਆਂ ਸਮੇਤ ਹਾਜ਼ਰੀਆਂ ਭਰੋ। ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰੋ, ਪੰਜਾਬੀ ਪੜ੍ਹਨੀ, ਪੰਜਾਬੀ ਲਿਖਣੀ, ਗੁਰਮਤਿ ਤੋਂ ਜਾਣੂ ਕਰਵਾਉਣਾ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ, ਗੁਰਮੁਖੀ ਤੋਂ ਜਾਣੂ ਕਰਵਾ ਸਕੀਏ, ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਆਪਣਾ ਫਰਜ਼ ਸਮਝਦਿਆਂ ਹੋਇਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਸਿੰਘ ਸਭਾਵਾਂ ਦੇ ਵਿੱਚ ਕੈਂਪ ਲਗਾ ਰਹੇ ਨੇ। ਹਰ ਐਤਵਾਰ ਇਸ ਪਾਵਨ ਅਸਥਾਨ 'ਤੇ ਖੰਡੇ ਬਾਟੇ ਦੀ ਪਹੁਲ ਅੰਮ੍ਰਿਤ ਛਕਾਇਆ ਜਾਂਦਾ ਹੈ। ਜਿਨ੍ਹਾਂ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਬੇਨਤੀ ਹੈ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਜਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਤਿੰਨਾਂ ਦੇ ਸਹਿਯੋਗੀ ਪਾਵਨ ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਕਰਵਾ ਰਹੇ ਨੇ। ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਜੀਵਨ ਸਤਿਗੁਰੂ ਨੂੰ ਸਮਰਪਿਤ ਕਰੋ। ਆਓ ਅਗਲੇ ਸਮੇਂ ਵਾਸਤੇ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ
ਸਾਹਿਬ ਜੀਓ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲੇਹੋ ਅੰਗੁਰੀਆ। श्रवण न सुरत नैन सुंदर नहीं, आरत द्वार रटत पिंगुरिया। दीनानाथ अनाथ करुणा में, साजन मीत पिता महतरिया। चरण कवल हृदय गह नानक, भै सागर संत पार उतरिया। चरण कवल हृदय गह नानक, भै सागर संत पार उतरिया। परम सन्मानयोग सतगुरु धन धन श्री गुरु ग्रंथ साहिब किरपालू दातार जी दी पावन पवित्र हजूरी दे अंदर साहिब सतगुरु धन श्री गुरु हरकृष्ण साहिब जी दातार जी दे पावन पवित्र अस्थान गुरुद्वारा श्री बंगला साहिब विखे ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਨਤਮਸਤਕ ਹੋ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਿਆਰ ਸਹਿਤ ਗੁਰੂ ਸਵਾਰਿਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ, ਉਪਰੰਤ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਪਾਸੋਂ ਜੋ ਅੱਜ ਦਾ ਪਾਵਨ ਪਵਿੱਤਰ ਲੜੀਵਾਰ ਸ਼ਬਦ ਹੈ, ਜਿਸ ਦੀ ਆਪਾਂ ਗੁਰੂ ਕਿਰਪਾ ਸਦਕਾ ਵਿਚਾਰ ਕਰਨੀ ਹੈ, ਉਸ ਪਾਵਨ ਪਵਿੱਤਰ ਸ਼ਬਦ ਨੂੰ ਆਪ ਜੀ ਨੇ ਸਰਵਨ ਕੀਤਾ ਹੈ। ਸੰਗਤ ਵਿੱਚ ਗੁਰਦੇਵ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਰਵਣ ਹਿਤ ਜਿੱਥੇ ਅਸੀਂ ਸੰਗਤੀ ਰੂਪ ਵਿੱਚ ਹਾਜ਼ਰੀ ਵਿੱਚ ਜੁੜ ਬੈਠੇ ਹਾਂ, ਉੱਥੇ ਦੂਰ ਦੁਰਾਡੇ ਟੀਵੀ ਰਾਹੀਂ ਵੀ ਜੋ ਸੰਗਤ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰੱਖੀ ਹੈ, ਆਓ ਜਿਤਨਾ ਸਮਾਂ ਆਪਾਂ ਗੁਰੂ ਚਰਨਾਂ ਵਿੱਚ ਜੁੜ ਬੈਠਣਾ ਹੈ, ਸਤਿਗੁਰ ਦੇ ਘਰ ਦੀ ਕੋਈ ਵਾਰਤਾ ਕਹਿ ਸੁਣ ਸਕੀਏ। ਕੁਝ ਕਹਿਣ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਾਵਨ ਪਵਿੱਤਰ ਅਸਥਾਨ 'ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਲੜੀਵਾਰ ਕਥਾ ਨਾਲ ਜੁੜ ਰਹੇ ਹੋ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਦ ਬਾਣੀ ਅੰਮ੍ਰਿਤ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਆਪ ਜੀ ਨੇ ਵਿਚਾਰ ਸਰਵਨ ਕੀਤੀ। ਉਸ ਤੋਂ ਉਪਰੰਤ 100 ਦਰ ਬਾਣੀ ਦੇ ਸਰਲੇਖ ਹੇਠ ਇਹ ਪਾਵਨ ਸ਼ਬਦ ਹੈ। ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਦੀਦਾਰ ਕਰਦੇ ਆ ਨਾ, ਤੇ ਸਭ ਤੋਂ ਪਹਿਲਾਂ ਪੰਚਮ ਗੁਰਦੇਵ ਜੀ ਨੇ, ਜੋ ਉਸ ਸਮੇਂ ਸਿੱਖ ਦਾ ਨੇਮ ਸੀ, ਨਿਤਨੇਮ ਦੀਆਂ ਜੋ ਬਾਣੀਆਂ ਸਨ, ਜਪਜੀ ਸਾਹਿਬ, ਸੋਦਰ ਤੇ ਸੋਪੁਰਖ ਤੇ ਸੋਹਿਲਾ ਸਾਹਿਬ ਦੀ ਬਾਣੀ, ਇਹ ਆਰੰਭ ਵਿੱਚ ਰੱਖੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 13 ਤੱਕ ਇਹ ਸਿੱਖ ਦਾ ਨੇਮ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਹੈ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ, ਸੰਧਿਆ ਵੇਲੇ 100 ਦਰ ਤੇ ਸੋਪੁਰਖ ਦੀ ਬਾਣੀ ਦਾ ਪਾਠ, ਤੇ ਰਾਤਰੀ ਦੇ ਸਮੇਂ ਸੋਹਿਲਾ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ। 14 ਅੰਗ ਤੋਂ ਰਾਗਾਂ ਦੀ ਪ੍ਰਾਰੰਭਤਾ ਹੁੰਦੀ ਹੈ। ਸ੍ਰੀ ਰਾਗ ਦੀ ਪ੍ਰਾਰੰਭਤਾ, ਜੋ ਪਹਿਲਾ ਰਾਗ ਹੈ, ਮੁੱਖ ਰਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ। ਸੋ ਇਹ ਜੋ ਗੁਰੂ ਕੀ ਬਾਣੀ ਹੈ, ਇਹ ਬਾਣੀ ਸਤਿਗੁਰਾਂ ਨੇ ਵੱਖ-ਵੱਖ ਰਾਗਾਂ ਵਿੱਚ ਜੋ ਗੁਰਦੇਵ ਪਿਤਾ ਮਹਾਰਾਜ ਨੇ ਉਚਾਰਨ ਕੀਤੀ, ਉਹ ਨਿਤਨੇਮ ਦੇ ਰੂਪ ਵਿੱਚ ਇਕੱਤਰ ਕਰਕੇ ਸਿੱਖ ਨੂੰ ਦਿੱਤੀ ਹੈ। ਗੁਜਰੀ ਰਾਗ ਦੀ ਜਦੋਂ ਆਪ ਜੀ ਬਾਣੀ ਪੜ੍ਹੋਗੇ, ਦਰਸ਼ਨ ਕਰੋਗੇ, ਉੱਥੇ ਵੀ ਆਪ ਜੀ ਨੂੰ ਇਸ ਪਾਵਨ ਪਵਿੱਤਰ ਸ਼ਬਦ ਦੇ ਦਰਸ਼ਨ ਹੋਣਗੇ। ਸੋਦਰ ਬਾਣੀ ਦੇ ਜੋ ਸ਼ਬਦ ਹਨ, ਉਹ ਜਦੋਂ ਆਸਾ ਰਾਗ ਅਸੀਂ ਪੜ੍ਹਦੇ ਹਾਂ, ਉਸ ਵਕਤ ਸਾਨੂੰ ਉੱਥੇ ਵੀ ਉਸ ਪਾਵਨ ਪਵਿੱਤਰ ਬਾਣੀ ਦੇ ਦਰਸ਼ਨ ਹੁੰਦੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਆਪੋ ਆਪਣੇ ਰਾਗਾਂ ਦੇ ਵਿੱਚ ਵੀ ਸ਼ਬਦ ਦਰਜ ਹਨ, ਤੇ ਨਿਤਨੇਮ ਦੀ ਬਾਣੀ ਵਿੱਚ ਵੀ ਸਤਿਗੁਰਾਂ ਨੇ ਆਰੰਭ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਅੰਕਿਤ ਕੀਤੇ। ਅੱਜ ਜਿਸ ਪਾਵਨ ਪਵਿੱਤਰ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਰਾਗ ਗੁਜਰੀ ਅੰਦਰ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਰਾਗ ਗੁਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵਹਿ ਉਦਮ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਦੇ ਕਿ ਹੇ ਮਨੁੱਖੀ ਮਨ, ਤੂੰ ਵਿਅਰਥ ਦਾ ਉਦਮ ਕਿਉਂ ਚਿਤਵਦਾ? ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜਿਉ ਪਰਿਆ। ਕਿਉਂ ਨਾ ਜੀ ਮੈਂ ਚਿੰਤਾ ਕਰਾਂ, ਕਿਉਂਕਿ ਮੈਨੂੰ ਪਰਮਾਤਮਾ ਜੀ ਤੁਸੀਂ ਪੇਟ ਲਾਇਆ, ਤੇ ਜਿਹੜਾ ਇਹ ਪੇਟ ਹੈ, ਮੈਂ ਆਪਣਾ ਵੀ ਪੇਟ ਭਰਨਾ ਹੈ, ਆਪਣੇ ਪਰਿਵਾਰ ਦਾ ਵੀ ਪੇਟ ਭਰਨਾ ਹੈ, ਤੇ ਉਹਦੇ ਲਈ ਮੈਂ ਉਦਮ ਨਾ ਚਿਤਵਾਂ ਤੇ ਪੇਟ ਭਰਨ ਦਾ ਗੁਜ਼ਾਰਾ ਕਿਵੇਂ ਹੋਏਗਾ, ਪਰਿਵਾਰ ਦੀ ਪਰਵਰਿਸ਼ ਕਿਵੇਂ ਹੋਏਗੀ। ਪਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਦੇਖੋ, ਜਦੋਂ ਅਸੀਂ ਬਾਣੀ ਨੂੰ ਪੜ੍ਹਨਾ ਜਾਂ ਵਿਚਾਰਨਾ ਹੈ ਨਾ, ਸਭ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਅਤ ਜ਼ਰੂਰੀ ਰੱਖਣਾ ਹੈ ਕਿ ਬਾਣੀ ਦਾ ਉਹ ਸ਼ਬਦ ਕਿਸ ਸੰਦਰਭ ਵਿੱਚ ਉਚਾਰਿਆ ਜਾ ਰਿਹਾ। ਉੱਥੇ ਸੰਦਰਭ ਕੀ ਹੈ? ਜਿੰਨਾ ਚਿਰ ਅਸੀਂ ਉਸ ਚੀਜ਼ ਦੀ ਜਾਗਰਤੀ ਦੇ ਨਾਲ, ਅਧਿਕਾਰੀ ਹੋ ਕਰਕੇ ਸੁਚੇਤਤਾ ਦੇ ਨਾਲ ਪਕੜ ਨਹੀਂ ਨਾ ਕਰਦੇ, ਤੇ ਫਿਰ ਕਈ ਵਾਰੀ ਅਰਥਾਂ ਦੇ ਅਨਰਥ ਸਾਡੇ ਤੋਂ ਹੋ ਜਾਂਦੇ ਨੇ, ਸੁਣਨ ਲੱਗਿਆਂ ਜਾਂ ਸਾਡੇ ਵਰਗੇ ਵਕਤਾ ਕਰਨ ਲੱਗਿਆਂ ਵੀ ਅਨਰਥ ਕਰਦੇ ਨੇ। ਹੁਣ ਇੱਥੇ ਬਚਨ ਸ਼ਬਦ ਆਇਆ ਉਦਮ ਨਹੀਂ ਕਰਨਾ, ਪਰ ਜੇ ਬਾਣੀ ਨੂੰ ਕਿਸੇ ਹੋਰ ਸੰਦਰਭ ਵਿੱਚ ਦੇਖੀਏ ਤਾਂ ਗੁਰੂ ਸਾਹਿਬ ਜੀ ਨੇ ਤਾਂ ਕਿਹਾ ਕਿ ਉਦਮ ਕਰੇਂਦਿਆਂ ਜੀਓ ਤੂੰ ਕਾਮ ਆਮਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉੱਥੇ ਸਪਸ਼ਟ ਕਿਹਾ ਵੀ ਜਿੰਨਾ ਚਿਰ ਉਦਮ ਨਹੀਂ ਕਰੇਗਾ ਕਮਾਈ ਨਹੀਂ ਹੋਏਗੀ, ਜਿੰਨਾ ਚਿਰ ਕਮਾਈ ਨਹੀਂ ਹੋਏਗੀ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਏਗਾ, ਤੇ ਜਿੰਨਾ ਚਿਰ ਪਰਿਵਾਰ ਦਾ ਗੁਜ਼ਾਰਾ ਨਹੀਂ ਹੋਏਗਾ ਤੇਰਾ ਮਨ ਸੁਖੀ ਨਹੀਂ ਹੋਏਗਾ, ਤੇ ਫਿਰ ਤੂੰ ਪ੍ਰਭੂ ਨੂੰ ਕਿਵੇਂ ਧਿਆਏਗਾ। ਭਾਵ ਇਹ ਹੈ ਉਦਮ ਐਸਾ ਕਰਨਾ ਹੈ ਜੋ ਸਾਡੇ ਪੇਟ ਦੀ ਪੂਰਤੀ ਦਾ ਆਹਰ ਕਰ ਦੇ, ਤੇ ਜਦੋਂ ਪੇਟ ਦੀ ਪੂਰਤੀ ਹੋ ਜਾਏ, ਮਨੁੱਖ ਆਪਣੀ ਰੋਜ਼ੀ ਵੱਲੋਂ ਬੇਚਿੰਤ ਹੋ ਜਾਏ, ਤੇ ਉਸ ਤੋਂ ਬਾਅਦ ਕੀ ਕਰਨਾ? ਦਾਤਾ ਜੀ ਕਹਿੰਦੇ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ, ਵੀ ਉਸ ਤੋਂ ਬਾਅਦ ਪਰਮਾਤਮਾ ਦੇ ਧਿਆਉਣ ਦਾ ਆਹਰ ਕਰਨਾ। ਗੱਲ ਵਿਗੜਦੀ ਕਿੱਥੇ ਹੈ ਕਿ ਜਦੋਂ ਕੇਵਲ ਤਾਂ ਕੇਵਲ ਮਨੁੱਖ ਆਪਣੇ ਸਵਾਦਾਂ ਲਈ,
ਆਪਣੇ ਭੋਗਾਂ ਲਈ, ਆਪਣੀ ਵਾਸ਼ਲਾ ਲਈ ਦਿਨ ਰਾਤ ਨਿਰੰਤਰ ਸੰਸਾਰ ਦੇ ਆਹਰ ਵਿੱਚ ਇਸ ਸੋਚ ਨਾਲ ਲੱਗਾ ਰਹਿੰਦਾ ਹੈ ਕਿ ਮੈਂ ਨਾ ਕੀਤਾ ਤੇ ਹੋਰ ਕਰੇਗਾ ਕਿਹੜਾ। ਐਸੇ ਮਨੁੱਖ ਦੀ ਮਾਨਸਿਕਤਾ ਨੂੰ ਸਰਲ ਤੇ ਸਪਸ਼ਟ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਿਆ ਵੀ ਉਹ ਪੁਰਖ ਜਿਹੜੇ ਆਪ ਕਰਤਾ ਬਣ ਕੇ ਬੈਠੇ ਨੇ ਉਹ ਇਸ ਗੱਲ ਨੂੰ ਜਾਣ ਲੈਣ, ਸਮਝ ਲੈਣ ਵੀ ਉਦੋਂ ਤੇਰਾ ਉਦਮ ਕਿੱਥੇ ਸੀ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਬੈਠਾ ਸੀ। ਉਦੋਂ ਤੂੰ ਕੀ ਉਦਮ ਕੀਤਾ, ਕੀ ਆਹਰ ਕੀਤਾ। ਤੇਰੀ ਤਾਂ ਪਰਵਰਿਸ਼ ਪਰਮਾਤਮਾ ਉੱਥੇ ਵੀ ਕਰਦਾ ਰਿਹਾ। ਉਦਮ ਦਾ ਭਾਵ ਹੈ ਵੀ ਉਹ ਉਦਮ ਆਪਣੇ ਮਨ ਵਿੱਚ ਨਿਰੰਤਰ ਨਹੀਂ ਚਿਤਵਣਾ ਕਿ ਜਿਹੜਾ ਕੇਵਲ ਇੱਕ ਤਾਂ ਮਾਨਸਿਕ ਤੌਰ 'ਤੇ ਚਿਤਵਿਆ ਜਾਵੇ, ਸਰੀਰਕ ਤੌਰ 'ਤੇ ਬੰਦਾ ਕੋਈ ਕਰਮ ਨਾ ਕਰੇ। ਬਹੁਤ ਆਲਸੀ ਤੇ ਚਿੰਤਤ ਲੋਕ ਵੀ ਦਿਨ ਰਾਤ ਆਪਣੇ ਮਨ ਦੇ ਖਿਆਲੀ ਪਲਾਵ ਬਣਾਉਂਦੇ ਨੇ। ਉਹ ਵਿਅਰਥ ਹੈ ਨਾ, ਕਿਉਂਕਿ ਕਲਪਨਾ ਕੀਤੀ ਬੰਦੇ ਨੂੰ ਕਿੱਥੋਂ ਤੱਕ ਲੈ ਕੇ ਜਾਏਗਾ। ਜਿੰਨਾ ਚਿਰ ਅਸੀਂ ਕੋਈ ਫੁਰਨਾ ਬਣਾਇਆ ਤੇ ਉਸ ਫੁਰਨੇ ਦੇ ਅਨੁਸਾਰ ਆਪਣੇ ਜੀਵਨ ਨੂੰ ਤੋਰਿਆ ਨਾ, ਉਹ ਫੁਰਨਾ ਕਦੀ ਵੀ ਸਫਲ ਨਹੀਂ ਹੁੰਦਾ, ਉਹ ਫੁਰਨਾ ਕਦੀ ਵੀ ਕਰਮ ਨਹੀਂ ਬਣਦਾ। ਇਸ ਕਰਕੇ ਦਾਤਾ ਜੀ ਨੇ ਕਿਹਾ ਵੀ ਕੱਲਾ ਵਿਅਰਥ ਦਾ ਮਨ ਵਿੱਚ ਕਲਪੀ ਜਾਣਾ ਵੀ ਹਾਏ ਮੇਰਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਨਾ ਰੋਜ਼ੀ ਲਈ ਕੋਈ ਧਰਮ ਦੀ ਕਿਰਤ ਕਰਨੀ ਤੇ ਨਾ ਪਰਮਾਤਮਾ ਦੇ ਪ੍ਰਤੀ ਪੂਰਨ ਤੌਰ 'ਤੇ ਸਮਰਪਿਤ ਹੋਣਾ। ਕਹਿੰਦੇ ਐਸਾ ਮਨੁੱਖ ਮਨ ਦੀਆਂ ਕਲਪਨਾ ਦੇ ਕਲੇਸ਼ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਦਿੰਦਾ। ਐਸੇ ਪੁਰਖ ਨੂੰ ਸੰਬੋਧਨ ਕੀਤਾ, ਐਸੇ ਮਨ ਨੂੰ ਜੋ ਵਿਅਰਥ ਦੇ ਉਦਮ, ਵਿਅਰਥ ਦੇ ਕਲੇਸ਼ ਤੇ ਤ੍ਰਿਸ਼ਨਾ ਤੇ ਭੋਗਾਂ ਦੀ ਲਾਲਸਾ ਵਿੱਚ ਬੱਝਾ ਦਿਨ ਰਾਤ ਉਹੀ ਆਹਰ ਕਰਦਾ ਵੀ ਮੇਰਾ ਪੇਟ ਭਰ ਜਾਏ, ਮੇਰਾ ਪੇਟ ਭਰ ਜਾਏ। ਗੁਰੂ ਸਵਾਰਿਓ, ਪੇਟ ਭਰ ਜਾਂਦਾ ਹੈ, ਮਨ ਨਹੀਂ ਭਰਦਾ। ਵਾਸ਼ਨਾ ਤੇ ਤ੍ਰਿਸ਼ਨਾ ਐਸੀ ਹੈ ਜੋ ਬੰਦੇ ਨੂੰ ਕਦੀ ਵੀ ਠਹਿਰਨ ਨਹੀਂ ਦਿੰਦੀ, ਕਦੇ ਵੀ ਚਿਤਵਨ ਨਹੀਂ ਦਿੰਦੀ ਕਿ ਤੂੰ ਰੋਜ਼ੀ ਲਈ ਜਿਤਨਾ ਆਹਰ ਕੀਤਾ ਹੈ, ਪਰਿਵਾਰ ਦੇ ਲਈ ਜਿਤਨਾ ਆਹਰ ਕੀਤਾ ਉਹ ਕਮਾਈ ਧਰਮ ਦੀ ਕਰ, ਪਰ ਉਸ ਤੋਂ ਬਾਅਦ ਉਸ ਪਰਮਾਤਮਾ ਦਾ ਸ਼ੁਕਰਾਨਾ ਵੀ ਕਰ ਜਿਸ ਨੇ ਤੈਨੂੰ ਰੋਜ਼ੀ ਦਿੱਤੀ ਹੈ, ਜਿਸ ਨੇ ਤੈਨੂੰ ਹਿੰਮਤ ਦਿੱਤੀ ਹੈ, ਜਿਸ ਨੇ ਤੈਨੂੰ ਉਤਸ਼ਾਹ ਦਿੱਤਾ ਹੈ। ਮਨੁੱਖ ਇਹ ਸਾਰਾ ਕੁਝ ਦਰਕਿਨਾਰ ਕਰ ਦਿੰਦਾ, ਜਾਂ ਤੇ ਇੰਨਾ ਕੁ ਖਚਤ ਹੋ ਜਾਂਦਾ ਸੰਸਾਰ ਵਿੱਚ ਕਿ ਰੱਬ ਨੂੰ ਹੀ ਵਿਸਾਰ ਦਿੰਦਾ, ਤੇ ਜਾਂ ਇੰਨਾ ਕੁ ਆਲਸੀ ਹੋ ਜਾਂਦਾ ਕਿ ਮਾਲਕ ਪਰਮਾਤਮਾ ਜਾਂ ਦੁਨੀਆ ਦੇ ਉੱਤੇ ਉਲਾਂਭੇ ਘੜਨੇ ਸ਼ੁਰੂ ਕਰ ਦਿੰਦਾ। ਹਰ ਨਾਕਾਮ ਉਲਾਮਾ ਕੌਣ ਦੇਗਾ? ਹਰ ਉਹ ਨਾਕਾਮ ਪੁਰਸ਼ ਉਲਾਮਾ ਦੇਗਾ ਜਿਹਨੇ ਕੋਈ ਆਹਰ ਨਹੀਂ ਕੀਤਾ, ਜਿਹਨੇ ਕੋਈ ਉਦਮ ਨਹੀਂ ਕੀਤਾ, ਤੇ ਫਿਰ ਆਪਣੀ ਨਾਕਾਮੀ ਦਾ ਉਲਾਮਾ ਸਫਲ ਲੋਕਾਂ ਦੇ ਸਿਹਰੇ 'ਤੇ ਮੜ ਦਿੰਦਾ, ਚਿਹਰੇ 'ਤੇ ਮੜ ਦਿੰਦਾ। ਇਸ ਕਰਕੇ ਦਤਾਰ ਪਿਤਾ ਮਹਾਰਾਜ ਜੀ ਨੇ ਦੇਖੋ, ਉਦਮ ਕਰਨਾ ਹਰ ਪ੍ਰਾਣੀ ਮਾਤਰ ਕਰਦਾ, ਇਕੱਲਾ ਮਨੁੱਖ ਨਹੀਂ। ਇੱਥੋਂ ਤੱਕ ਕਿ ਗੁਰੂ ਸਾਹਿਬ ਜੀ ਨੇ ਕਿਹਾ ਵੀ ਪਰਮਾਤਮਾ ਖੁਦ ਉਦਮੀ ਹੈ, ਉਹ ਕਰਤਾ ਹੈ। ਜਿੰਨਾ ਚਿਰ ਕੋਈ ਉਦਮ ਨਹੀਂ ਕਰੇਗਾ ਉਹ ਕਰਤਾ ਕਿਸੇ ਚੀਜ਼ ਦਾ ਬਣ ਨਹੀਂ ਸਕਦਾ। ਪਰਮਾਤਮਾ ਨੇ ਕੁਦਰਤ ਬਣਾਈ, ਸੰਸਾਰ ਬਣਾਇਆ, ਸ੍ਰਿਸ਼ਟ ਬਣਾਈ, ਉਹਦਾ ਕਰਤਾ ਹੈ, ਤੇ ਇੱਕ ਵਾਰੀ ਬਣਾ ਕੇ ਖਲੋ ਨਹੀਂ ਗਿਆ। ਦਾਤਾ ਜੀ ਕਹਿੰਦੇ ਨਿਰੰਤਰ ਹੀ ਉਹਦੀ ਇੱਕ ਕਾਰ ਚੱਲ ਰਹੀ ਹੈ, ਇੱਕ ਰਸ ਚੱਲ ਰਹੀ ਹੈ। ਉਹ ਘੜਦਾ, ਮਿਟਾਉਂਦਾ, ਬਣਾਉਂਦਾ, ਫਿਰ ਮਿਟਾਉਂਦਾ। ਇਹ ਲਗਾਤਾਰ ਚੱਲ ਰਿਹਾ ਸਿਲਸਿਲਾ। ਉਹ ਪਰਮਾਤਮਾ ਆਪ ਕਿਤਨਾ ਉਦਮੀ ਹੈ। ਤੇ ਦੂਸਰੀ ਵਾਰਤਾ, ਤੇਰੇ ਆਹਰ ਦਾ ਉਸ ਨੂੰ ਬਹੁਤ ਜ਼ਿਆਦਾ ਫਿਕਰ ਹੈ। ਤੇਰੇ ਪ੍ਰਤੀ ਸ਼ਾਇਦ ਤੂੰ ਇਤਨਾ ਫਿਕਰਮੰਦ ਨਾ ਹੋਵੇਂ ਜਿਤਨਾ ਅਕਾਲ ਪੁਰਖ ਵਾਹਿਗੁਰੂ ਹੈ। ਗੁਰੂ ਸਾਹਿਬ ਜੀ ਕਹਿੰਦੇ ਇਹ ਸਵਾਲ ਉੱਠੇਗਾ ਵੀ ਕਿਵੇਂ? ਤੇ ਦਾਤਾ ਜੀ ਕਹਿੰਦੇ ਉਹੀ ਗੱਲ ਵੀ ਜਦੋਂ ਤੇਰੇ ਕੋਲ ਹੱਥ ਪੈਰ ਚੱਲਣ ਜੋਗੇ ਨਹੀਂ ਸਨ, ਜਦੋਂ ਤੇਰੇ ਕੋਲ ਰਸਨਾ ਅਜੇ ਬੋਲਣ ਯੋਗ ਨਹੀਂ ਸੀ ਹੋਈ, ਤੂੰ ਮਾਤ ਗਰਭ ਵਿੱਚ ਸੈਂ, ਤੇ ਪਰਮਾਤਮਾ ਨੇ ਕੀ ਉੱਥੇ ਕਈ ਮਹੀਨੇ ਤੇਰੀ ਪਰਵਰਿਸ਼ ਨਹੀਂ ਕੀਤੀ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੈ ਸੋ ਕਿਉ ਮਨੋ ਵਿਸਾਰੀਐ। ਉਦਰ ਕਹਿੰਦੇ ਪੇਟ ਵਿੱਚ, ਕੁੱਖ ਵਿੱਚ। ਕਹਿੰਦੇ ਵਾਹਿਗੁਰੂ ਪਰਮਾਤਮਾ ਨੇ ਤਾਂ ਤੇਰੀ ਮਾਤ ਉਦਰ ਵਿੱਚ ਆਪਣੀ ਕਿਰਪਾ ਦਾ ਹੱਥ ਰੱਖ ਕੇ ਤੇਰੀ ਪਰਵਰਿਸ਼ ਕੀਤੀ ਹੈ। ਉੱਥੇ ਤੂੰ ਕੀ ਕਾਰਜ ਕਰ ਸਕਦਾ ਸੀ? ਉੱਥੇ ਤੇਰੇ ਕੋਲ ਕਿਹੜੀ ਅਕਲ ਸੀ? ਉੱਥੇ ਤੇਰੇ ਕੋਲ ਕਿਹੜਾ ਕਾਰਜ ਸੀ, ਕੰਮ ਸੀ, ਧੰਦਾ ਸੀ ਜਿਹਦੇ ਕਰਕੇ ਤੇਰਾ ਪੇਟ ਭਰਦਾ ਸੀ? ਇਹ ਸਮਝੀਏ
ਅਸੀਂ ਉਦਮ ਕਿਉਂ ਕਰਨਾ? ਸਭ ਤੋਂ ਪਹਿਲਾਂ ਵੀ ਸੰਸਾਰ ਦੀ ਕਿਰਤ ਅਸੀਂ ਕਿਉਂ ਕਰਨੀ ਹੈ, ਜਿੰਨਾ ਚਿਰ ਅਸੀਂ ਨਹੀਂ ਸਮਝਾਂਗੇ ਸਫਲ ਉਦਮ ਤੇ ਵਿਅਰਥ ਉਦਮ ਕੀ ਹੈ, ਸਾਨੂੰ ਉਹਨਾਂ ਚਿਰ ਸਮਝ ਨਹੀਂ ਆਏਗੀ। ਅੱਜ ਸਾਰੀ ਕਾਇਨਾਤ ਉਦਮ ਵਿੱਚ ਲੱਗੀ ਹੋਈ ਹੈ, ਕੰਮ ਕਰ ਰਹੀ ਹੈ। ਹਰ ਬੰਦਾ ਕੰਮ ਦੀ ਜਾਂ ਭਾਲ ਵਿੱਚ ਹੈ, ਜਾਂ ਕੰਮ ਵਿੱਚ ਮਸ਼ਰੂਫ ਹੈ, ਜਾਂ ਕੰਮ ਵਿੱਚ ਗਲਤਾਨ ਹੈ। ਪਰ ਅਸੀਂ ਇਹ ਕਾਰਜ ਕਰ ਕਿਉਂ ਰਹੇ ਹਾਂ? ਦੁਨੀਆ ਦੀ ਕੀਤੀ ਹੋਈ ਕਿਰਤ ਦਾ ਸਿਰਫ ਇੱਕੋ ਇੱਕ ਕਾਰਜ ਹੈ ਕਿ ਉਹ ਸਾਡਾ ਤੇ ਸਾਡੇ ਪਰਿਵਾਰ ਦਾ ਗੁਜ਼ਾਰਾ ਕਰਦੇ। ਕਿਰਤ ਕਰਨੀ ਹੈ ਗੁਜ਼ਾਰੇ ਵਾਸਤੇ, ਵੀ ਪਰਿਵਾਰ ਦਾ ਜਿੰਨਾ ਚਿਰ ਅਸੀਂ ਜਿਉਂ ਰਹੇ ਹਾਂ ਗੁਜ਼ਾਰਾ ਹੋ ਜਾਏ, ਜੀਵਨ ਜਿਹੜਾ ਹੈ ਉਹ ਆਹਿਸਤਾ ਤੇ ਸਫਲਾ ਬਤੀਤ ਹੋ ਜਾਏ। ਪਰ ਬਾਕੀ ਦਾ ਸਮਾਂ ਹਰ ਬੰਦਾ ਕੰਮ ਕਰਕੇ ਨਾ ਸਮਾਂ ਬਚਾਉਂਦਾ ਹੈ। ਅੱਜ ਜਿਤਨਾ ਕੁ ਸਾਡੇ ਕੋਲ ਸਾਧਨ ਹੋ ਗਿਆ, ਜਿਹੜੇ ਕਾਰਜ ਕਈ ਦਿਨਾਂ ਵਿੱਚ ਹੁੰਦੇ ਸਨ ਉਹ ਬੰਦਾ ਅੱਜ ਕਈ ਘੰਟਿਆਂ ਵਿੱਚ ਕਰ ਦਿੰਦਾ, ਤੇ ਜਿਹੜਾ ਕੰਮ ਕਈ ਘੰਟਿਆਂ ਵਿੱਚ ਹੁੰਦਾ ਸੀ ਅੱਜ ਉਹ ਕਈ ਮਿੰਟਾਂ ਦੇ ਵਿੱਚ ਹੋਣ ਲੱਗ ਗਿਆ। ਪਰ ਮਨੁੱਖ ਸੋਚੇ ਵੀ ਮੈਂ ਮਹੀਨਿਆਂ ਦਾ ਸਮਾਂ ਬਚਾ ਕੇ ਦਿਨਾਂ ਤੇ ਆਇਆ, ਦਿਨਾਂ ਨੂੰ ਮੈਂ ਘੰਟਿਆਂ ਵਿੱਚ ਤਬਦੀਲ ਕੀਤਾ ਤੇ ਘੰਟਿਆਂ ਨੂੰ ਖਿਣਾਂ ਵਿੱਚ ਤਬਦੀਲ ਕਰ ਦਿੱਤਾ। ਇੰਨਾ ਸਮਾਂ ਮੈਂ ਬਚਾ ਲਿਆ, ਪਰ ਆਪਣੇ ਅੰਦਰ ਅਸੀਂ ਝਾਤ ਮਾਰੀਏ ਵੀ ਸਾਡੇ ਕੋਲ ਸਮਾਂ ਬਚਿਆ, ਅਸੀਂ ਵਿਹਲੇ ਹੋਏ ਹਾਂ ਕਿ ਅਸੀਂ ਜ਼ਿਆਦਾ ਸੰਸਾਰ ਵਿੱਚ ਗਲਤਾਨ ਹੋ ਗਏ ਹਾਂ। ਜਿਤਨਾ ਸਮਾਂ ਬਚਿਆ ਉਹ ਬਚਿਆ ਹੋਇਆ ਸਮਾਂ ਵੀ ਬੰਦੇ ਨੇ ਵਿਅਰਥ ਦੇ ਕਾਰਜਾਂ ਵਿੱਚ ਖਚਤ ਕਰ ਦਿੱਤਾ। ਫਿਰ ਉਸ ਬਚਾਅ ਦਾ ਕੀ ਫਾਇਦਾ? ਮਾਨੋ ਬੰਦਾ ਕੋਈ ਆਪਣੀ ਪੂੰਜੀ ਬਚਾਏ ਤੇ ਉਸ ਪੂੰਜੀ ਦੇ ਨਾਲ ਕੋਈ ਐਸੀ ਵਸਤੂ ਖਰੀਦ ਲਏ ਜੋ ਉਹਦੀ ਤੇ ਉਹਦੇ ਪਰਿਵਾਰ ਦਾ ਘਾਣ ਕਰ ਦੇ, ਇਸ ਤੋਂ ਤੇ ਉਹ ਵਸਤੂ, ਉਹ ਪੂੰਜੀ, ਉਹ ਰਾਸ ਬੰਦਾ ਬਚਾਉਂਦਾ ਹੀ ਨਾ। ਬੰਦੇ ਨੇ ਸਮਾਂ ਬੜਾ ਬਚਾਇਆ ਪਰ ਉਸ ਸਮੇਂ ਨੂੰ ਫਿਰ ਵਿਅਰਥ ਦੇ ਕੰਮਾਂ ਦੇ ਵਿੱਚ ਖਚਤ ਕਰ ਦਿੱਤਾ। ਵਿਅਰਥ ਦੇ ਕਾਰਜਾਂ ਵਿੱਚ ਖਚਤ ਕਰਨ ਕਰਕੇ ਹੀ ਅੱਜ ਸੰਸਾਰ ਦੀ ਦਿਸ਼ਾ, ਸੰਸਾਰ ਦੀ ਦਸ਼ਾ ਐਸੀ ਬਣੀ ਹੋਈ ਹੈ। ਇਸ ਕਰਕੇ ਦਾਤਾਰ ਜੀ ਨੇ ਐਸੇ ਉਦਮ ਤੋਂ ਵਰਜਿਆ ਹੈ ਕਿ ਜਿਹੜਾ ਉਦਮ ਤੂੰ ਕਰੇ, ਕਾਰਜ ਤੂੰ ਕਰੇ, ਪਰ ਤੇਰਾ ਸਵਾਰੇ ਘੱਟ ਤੇ ਤੇਰਾ ਵਿਗਾੜੇ, ਤੇਰਾ ਨੁਕਸਾਨ ਜ਼ਿਆਦਾ ਕਰੇ, ਐਸੇ ਉਦਮ ਨੂੰ ਸੋਚਣਾ, ਐਸਾ ਉਦਮ ਕਰਨਾ। ਗੁਰਦੇਵ ਪਿਤਾ ਮਹਾਰਾਜ ਨੇ ਕਿਹਾ ਧਰਮੀ ਦਾ ਕਰਮ ਨਹੀਂ। ਧਰਮੀ ਤੇ ਸਦਾ ਉਸ ਕਾਰਜ ਨੂੰ ਡਿਲੇ ਕਰਦਾ ਰਹਿੰਦਾ, ਧਰਮੀ ਤਾਂ ਸਦਾ ਉਸ ਕੰਮ ਨੂੰ ਦੇਰੀ ਤੇ ਪਾ ਦਿੰਦਾ ਜਿਹੜਾ ਅਧਰਮ ਦਾ ਕੰਮ ਹੋਵੇ, ਜਿਹੜਾ ਬੁਰਾਈ ਦਾ ਕੰਮ ਹੋਵੇ, ਤੇ ਸਦਾ ਉਸ ਕੰਮ ਨੂੰ ਛੇਤੀ ਨਾਲ ਹੱਥ ਪਾਉਂਦਾ ਜਿਹੜਾ ਧਰਮ ਦਾ ਹੋਵੇ। ਅਸੀਂ ਬਾਣੀ ਵਿੱਚ ਸ਼ਬਦ ਪੜ੍ਹਦੇ ਹਾਂ ਪੰਚਮ ਪਾਤਸ਼ਾਹ ਦਾ ਨਾ, ਕਿ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਨ ਸੰਤੰ ਪ੍ਰਾਪਤੰ ਧਰਮ ਲਖਿਆ ਨਾ। ਕਹਿੰਦੇ ਧਰਮ ਨੂੰ ਪ੍ਰਾਪਤ ਕਰਨ ਦਾ ਗੁਣ ਹੈ, ਨਾ ਕਿ ਧਰਮ ਬਾਹਰੀ ਤੁਸੀਂ ਕੋਈ ਪਹਿਰਾਵੇ ਪਾ ਲਏ, ਬਾਹਰੀ ਕੋਈ ਖਾਸ ਚਿੰਨ੍ਹ ਧਾਰਨ ਕਰ ਲਏ ਤੇ ਤੁਸੀਂ ਕਹਿ ਦਿਓ ਵੀ ਮੈਂ ਧਰਮੀ ਬਣ ਗਿਆ। ਗੁਰੂ ਸਾਹਿਬ ਜੀ ਕਹਿੰਦੇ ਧਰਮੀ ਅੰਦਰੋਂ ਬਣਨਾ ਹੈ, ਤੇ ਅੰਦਰੋਂ ਬਣਨ ਦੇ ਲਈ ਕੀ ਗੁਣ ਧਾਰਨ ਕਰਨੇ ਪੈਣੇ ਨੇ? ਪਹਿਲਾਂ ਤੇ ਉਹ ਵਿਅਰਥ ਦਾ ਉਦਮ ਛੱਡਣਾ ਪੈਣਾ ਹੈ ਜੋ ਤੈਨੂੰ ਬੁਰਾਈਆਂ ਵੱਲ ਪ੍ਰੇਰਦਾ ਹੈ, ਬੁਰੇ ਪਾਸੇ ਪ੍ਰੇਰਦਾ, ਪਾਪ ਵਾਲੇ ਪਾਸੇ ਪ੍ਰੇਰਦਾ, ਤੇ ਉਸ ਕੰਮ ਵੱਲ ਦੌੜਨਾ ਪੈਣਾ ਹੈ ਜੋ ਤੈਨੂੰ ਧਰਮ ਵਾਲੇ ਪਾਸੇ, ਤੇਰੀ ਧਰਮ ਦੀ ਸੰਸਕ੍ਰਿਤੀ ਵਿੱਚ ਜਿਹੜਾ ਵਾਧਾ ਕਰਦਾ। ਨਹਿ ਬਿਲੰਬ ਧਰਮੰ, ਬਿਲੰਬ ਕਹਿੰਦੇ ਨੇ ਦੇਰੀ ਨੂੰ। ਧਰਮ ਦਾ ਕਾਰਜ ਕਰਦਿਆਂ ਕਦੀ ਆਲਸੀ ਨਾ ਹੋਈ, ਧਰਮ ਦਾ ਕਾਰਜ ਕਰਦਿਆਂ ਕਦੀ ਵੀ ਨਿਰਾਸ਼ ਨਾ ਹੋਈ। ਬਿਲੰਬ ਪਾਪੰ, ਪਰ ਜਦੋਂ ਕਿਤੇ ਪਾਪ ਕਰਮ ਕਰਨ ਦਾ ਤੇਰੇ ਤੇ ਕੋਈ ਭਾਰ ਪਾ ਦੇ, ਗੁਰੂ ਸਾਹਿਬ ਜੀ ਕਹਿੰਦੇ ਉਹਨੂੰ ਬਿਲੰਬ ਕਰਦਾ ਰਹੀਂ, ਦੇਰ ਕਰਦਾ। ਦ੍ਰਿੜੰਤ ਨਾਮੰ, ਪਰ ਨਾਮ ਨਹੀਂ ਛੱਡਣਾ, ਪਰਮੇਸ਼ਵਰ ਦੀ ਯਾਦ। ਵੇਖੋ ਉਦਮ ਤਾਂ ਬੰਦੇ ਤੋਂ ਜ਼ਿਆਦਾ ਹੋਰ ਜੀਵ ਕਰਦੇ ਨੇ, ਸਾਡੇ ਨਾਲੋਂ ਜ਼ਿਆਦਾ ਉਦਮੀ ਤਾਂ ਕੀੜੇ ਮਕੌੜੇ ਨੇ, ਦਿਨ ਰਾਤ ਨਿਰੰਤਰ ਉਦਮ ਕਰਦੇ ਨੇ ਆਹਾਰ ਲਈ। ਪਸ਼ੂ ਪੰਛੀ ਨੇ ਕਿੰਨੀਆਂ ਉਡਾਰੀਆਂ ਮਾਰਦੇ ਨੇ, ਇਕੱਲਾ ਬੰਦਾ ਨਹੀਂ ਪਰਦੇਸੀ ਹੁੰਦਾ ਰੋਜ਼ੀ ਵਾਸਤੇ। ਬੜੇ ਬੜੇ ਪੰਛੀ ਨੇ ਜਿਹੜੇ ਹਜ਼ਾਰਾਂ ਮੀਲਾਂ ਦਾ ਸਫ਼ਰ ਆਪਣੇ ਬਲ ਤੇ ਉੱਡ ਕੇ ਕਰਦੇ ਨੇ। ਅੱਗੇ ਉਹ ਜ਼ਿਕਰ ਆਏਗਾ ਕੂੰਜ ਦਾ, ਕਹਿੰਦੇ ਹਜ਼ਾਰਾਂ ਕੋਹਾਂ ਹਜ਼ਾਰਾਂ ਮੀਲਾਂ ਤੋਂ ਉੱਡ ਕੇ ਆਉਂਦੇ ਨੇ। ਕਾਹਦੇ ਲਈ ਆਉਂਦੇ ਨੇ? ਬੰਦਾ ਤੇ ਨਵੇਂ ਨਵੇਂ ਰੰਗ ਤਮਾਸ਼ੇ ਵੀ ਵੇਖਣ ਚਲਾ ਜਾਂਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਪੰਛੀ ਇੱਕ ਚੀਜ਼ ਲਈ ਆਉਂਦੇ ਨੇ, ਆਪਣੇ ਪੇਟ ਨੂੰ ਭਰਨ ਵਾਸਤੇ, ਆਪਣੇ ਜੀਵਨ ਨੂੰ ਬਚਾਉਣ ਵਾਸਤੇ। ਕੀੜੇ ਮਕੌੜੇ ਨੇ, ਹੋਰ ਅਨੇਕਾਂ ਤਰ੍ਹਾਂ ਦੇ ਜੀਵ ਜਾਨਵਰ ਨੇ, ਉਹ ਸਾਰੇ ਹੀ ਰੋਜ਼ੀ ਲਈ ਦੌੜਦੇ ਨੇ, ਭੱਜਦੇ ਨੇ, ਤੇ ਮਨੁੱਖ ਵੀ ਭੱਜਦਾ ਹੈ। ਫਿਰ ਫਰਕ ਕਿੱਥੇ ਹੈ? ਵੀ ਮਨੁੱਖ ਮਹਾਨ ਹੈ, ਮਨੁੱਖ ਸਰਦਾਰ ਹੈ,
ਜੂਨੀਆਂ ਦਾ, ਸ੍ਰਿਸ਼ਟੀ ਦਾ, ਕੁੱਲ ਮਖਲੂਕਾਤ ਦਾ ਸਰਦਾਰ ਹੈ ਮਨੁੱਖ। ਤੇ ਸਾਰੀ ਮਖਲੂਕਾਤ ਦੇ ਵਿੱਚ ਪਰਮਾਤਮਾ ਦੀ ਦੇ ਵਿੱਚ ਹਰ ਜੀਵ ਕਿਰਤੀ ਹੈ, ਹਰ ਜੀਵ ਕਿਰਤ ਕਰ ਰਿਹਾ ਹੈ। ਪਰ ਮਨੁੱਖ ਦੀ ਕਿਰਤ ਕੱਲੀ ਪੇਟ ਪੂਰਤੀ ਵਾਸਤੇ ਨਹੀਂ, ਮਨੁੱਖ ਨੇ ਇੱਕ ਕਿਰਤੀ ਉਹ ਕਰਨੀ ਹੈ, ਇੱਕ ਕਿਰਤ ਉਹ ਕਰਨੀ ਹੈ ਜਿਹੜੀ ਇਸ ਨੂੰ ਇਸ ਭਰਮ ਵਿੱਚੋਂ, ਇਸ ਚੱਕਰ ਵਿੱਚੋਂ, ਇਸ ਕਾਲ ਦੇ ਚੱਕਰ ਵਿੱਚੋਂ ਮੁਕਤ ਕਰ ਦੇ। ਤੇ ਉਹ ਕਿਹੜੀ ਹੈ? ਦਤਾਰ ਜੀ ਕਹਿੰਦੇ ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸਰਨ ਸੰਤੰਗ। ਕਹਿੰਦੇ ਰੱਬ ਦੇ ਪਿਆਰਿਆਂ ਦੀ ਸਤ ਸੰਗਤ ਕਰਨੀ। ਇਸੇ ਸ਼ਬਦ ਵਿੱਚ ਆਏਗਾ ਕਿ ਸਤ ਸੰਗਤ ਤੋਂ ਬਿਨਾਂ ਤੇਰੇ ਵਿਅਰਥ ਦੇ ਕਲਪੇ ਉਦਮ ਜਿਹੜੇ ਨੇ ਉਹਨਾਂ ਤੋਂ ਤੂੰ ਮੁਕਤ ਨਹੀਂ ਹੋ ਸਕਦਾ। ਮੈਂ ਅਰਜ਼ ਕਰ ਰਿਹਾ ਸਾਂ ਕਿ ਹਰ ਜੀਵ ਦੌੜ ਭੱਜ ਕਰਦਾ। ਸਾਰ ਕੁਤਾਵਲੀ ਇੱਕ ਬਹੁਤ ਛੋਟਾ ਤੇ ਬੜਾ ਪਿਆਰਾ ਭਾਵਪੂਰ ਗ੍ਰੰਥ ਹੈ ਪੰਡਿਤ ਹਰਦਿਆਲ ਦਾ। ਉਹਦੇ ਵਿੱਚ ਉਹਨਾਂ ਨੇ ਨਾ ਮੁਲਾਂਕਣ ਕੀਤਾ ਵੀ ਜੀਵ ਜੰਤੂ ਤੇ ਮਨੁੱਖ ਦੇ ਵਿੱਚੋਂ ਉੱਤਮ ਮਨੁੱਖ ਨੂੰ ਕਿਉਂ ਮੰਨਿਆ ਗਿਆ। ਵੈਸੇ ਤਾਂ ਇਹ ਗੁਰੂ ਸਾਹਿਬਾਨਾਂ ਨੇ ਵੀ ਕਿਰਪਾ ਕੀਤੀ, ਹੋਰ ਵਿਦਵਾਨਾਂ ਨੇ ਵੀ ਕਿਰਪਾ ਕੀਤੀ ਵੀ ਮਨੁੱਖ ਸਾਰਿਆਂ ਤੋਂ ਉੱਤਮ ਹੈ। ਪਰ ਕਹਿੰਦੇ ਜੇ ਆਪਾਂ ਨਜ਼ਰ ਮਾਰੀਏ ਕਿਸ ਕਰਮ ਤੋਂ ਉੱਤਮ ਹੈ, ਰੋਜ਼ੀ ਕਮਾਉਂਦਾ ਤਾਂ ਕਰਕੇ, ਪਰਿਵਾਰ ਨੂੰ ਪਾਲਦਾ ਤਾਂ ਕਰਕੇ, ਕਹਿੰਦੇ ਉਹ ਤਾਂ ਹਰ ਜੀਵ ਪਾਲਦਾ। ਬੱਚੇ ਅੰਡਿਆਂ ਵਾਲੇ ਪੰਛੀ ਨੇ ਜਿਹੜੇ ਅੰਡਜ ਉਤਪੁਜ ਸੇਤਜ ਵਾਲੀਆਂ ਖਾਣੀਆਂ ਨੇ, ਉਹ ਸਾਰੀਆਂ ਆਪਣੇ ਬੱਚਿਆਂ ਨੂੰ ਪਾਲਦੀਆਂ ਨੇ। ਪੰਛੀ ਚੋਗਾ ਲੈ ਕੇ ਆਉਂਦੇ ਨੇ ਆਪਣੇ ਬੋਟ ਨੂੰ, ਜਿਹੜਾ ਉਹਦਾ ਨਿੱਕਾ ਬੱਚਾ ਹੁੰਦਾ ਉਹਨੂੰ ਬੋਟ ਕਿਹਾ ਜਾਂਦਾ ਹੈ। ਆਪਣੇ ਬੋਟ ਦੇ ਮੂੰਹ ਉਹ ਅੱਡਦਾ ਤੇ ਉਹਦੇ ਵਿੱਚ ਚੋਗਾ ਪਾਉਂਦੇ ਨੇ, ਜਿੰਨਾ ਚਿਰ ਉੱਡਣ ਜੋਗਾ, ਆਪ ਖੁਰਾਕ ਗ੍ਰਹਿਣ ਕਰਨ ਜੋਗਾ ਨਹੀਂ ਹੋ ਜਾਂਦਾ। ਮਾਂ ਬਾਪ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਉਹਨਾਂ ਚਿਰ ਪਾਲਦੇ ਹਾਂ। ਮਾਂ ਉਹਨਾਂ ਚਿਰ ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹੈ ਜਿੰਨਾ ਚਿਰ ਉਹ ਖਾਣ ਜੋਗਾ ਪਦਾਰਥ ਨਹੀਂ ਹੋ ਜਾਂਦਾ। ਕਹਿੰਦੇ ਇਹ ਤਾਂ ਹੋਰ ਜੀਵ ਵੀ ਖੁਰਾਕ ਦਾ ਪ੍ਰਬੰਧ ਕਰਦੇ ਨੇ, ਬੱਚਿਆਂ ਨੂੰ ਪਾਲਦੇ ਨੇ, ਖਾਂਦੇ ਪੀਂਦੇ ਭੋਗਦੇ ਨੇ, ਤੇ ਮਨੁੱਖ ਵੀ ਕੰਮ ਕਰਦਾ। ਫਿਰ ਮਹਾਨਤਾ ਕਾਹਦੀ? ਉਹਨਾਂ ਚਾਰ ਚੀਜ਼ਾਂ ਦੀ ਸਮਾਨਤਾ ਦੱਸੀ। ਕਹਿੰਦੇ ਨਿੰਦਰਾ, ਭੋਜਨ, ਭੋਗ, ਭੈ, ਇਹ ਨਰ ਪਸ਼ੂ ਸਮਾਨ। ਕਹਿੰਦੇ ਪਸ਼ੂਆਂ ਪੰਛੀਆਂ ਤੇ ਨਰਾਂ ਵਿੱਚ, ਮਨੁੱਖਾਂ ਵਿੱਚ ਇਹ ਚਾਰ ਚੀਜ਼ਾਂ ਸਮਾਨ ਹੀ ਮਿਲਦੀਆਂ। ਨਿੰਦਰਾ, ਅਸੀਂ ਵੀ ਥੱਕ ਹਾਰ ਕੇ ਨਿੰਦਰਾ ਦੇ ਕੋਲ ਚਲੇ ਜਾਂਦੇ ਹਾਂ, ਨਿੰਦਰਾ ਵਿੱਚ ਚਲੇ ਜਾਂਦੇ ਹਾਂ, ਨੀਂਦ ਵਿੱਚ ਚਲੇ ਜਾਂਦੇ ਹਾਂ। ਤੇ ਸਾਰੀ ਮਖਲੂਕਾਤ ਸੌਂਦੀ ਹੈ। ਕੁਦਰਤ ਦਾ ਹਰ ਇੱਕ ਨਿੱਕੇ ਤੋਂ ਨਿੱਕਾ ਤੇ ਵੱਡੇ ਤੋਂ ਵੱਡਾ ਜੀਵ ਜਦੋਂ ਥੱਕ ਹਾਰ ਜਾਂਦਾ, ਪੇਟ ਭਰ ਲੈਂਦਾ, ਉਹ ਸੌਂ ਜਾਂਦਾ ਹੈ। ਕਹਿੰਦੇ ਮਨੁੱਖ ਵੀ ਸੌਂਦਾ ਹੈ, ਹੋਰ ਜੀਵ ਵੀ ਸੌਂਦੇ ਨੇ। ਭੋਜਨ ਬੰਦਾ ਵੀ ਕਰਦਾ ਹੈ, ਜੀਵ ਵੀ ਕਰਦਾ ਹੈ, ਤੇ ਜੀਵ ਜੰਤੂ ਵੀ ਕਰਦੇ ਨੇ। ਭੋਗ ਦਾ ਅਰਥ ਹੈ ਆਪਣੇ ਪਰਿਵਾਰ ਦੀ, ਆਪਣੇ ਪੀੜ੍ਹੀਆਂ ਦਾ ਵਾਧਾ ਕਰਨ ਦੇ ਲਈ ਭੋਗ ਕਰਨਾ, ਸੰਤਾਨ ਦੀ ਉਤਪਤੀ ਕਰਨਾ। ਮਨੁੱਖ ਹੀ ਇਕੱਲਾ ਨਹੀਂ ਕਰਦਾ, ਸਾਰੇ ਜੀਵ ਜੰਤੂ ਆਪਣੇ ਸੰਤਾਨ ਦੀ ਉਤਪਤੀ ਕਰਦੇ ਨੇ। ਤੇ ਭੈ ਹਰ ਇੱਕ ਜੀਵ ਦੇ ਅੰਦਰ ਵਸਦਾ, ਆਪਣੇ ਤੋਂ ਵੱਡੇ ਦਾ ਭੈ, ਕੁਝ ਖੁੱਸ ਨਾ ਜਾਏ ਇਸ ਗੱਲ ਦਾ ਭੈ। ਕਹਿੰਦੇ ਪਸ਼ੂਆਂ ਵਿੱਚ, ਪੰਛੀਆਂ ਵਿੱਚ, ਜੀਵਾਂ ਅੰਦਰ, ਕੀਟਾਂ ਅੰਦਰ ਇਹ ਚਾਰ ਚੀਜ਼ਾਂ ਹਨ। ਤੇ ਚਾਰ ਹੀ ਬੰਦੇ ਕੋਲ ਨੇ। ਬੰਦਾ ਵੀ ਸੌਂਦਾ ਹੈ, ਬੰਦਾ ਵੀ ਖਾਂਦਾ ਹੈ, ਬੰਦਾ ਵੀ ਪਰਿਵਾਰ ਦੇ ਅੰਦਰ ਸੰਤਾਨ ਪੈਦਾ ਕਰਦਾ ਹੈ, ਤੇ ਬੰਦਾ ਵੀ ਵੱਡੇ ਦਾ ਭੈ ਮੰਨਦਾ। ਫਿਰ ਮਹਾਨਤਾ ਕੀ ਹੈ? ਨਿੰਦਰਾ, ਭੋਜਨ, ਭੋਗ, ਭੈ, ਇਹ ਨਰ ਪਸ਼ੂ ਸਮਾਨ। ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ਼ੂ ਜਾਨ। ਕਹਿੰਦੇ ਜੇ ਮਨੁੱਖ ਨੂੰ ਕੋਈ ਵੱਖਰਾ ਕਰਦਾ, ਮਹਾਨ ਕਰਦਾ, ਉਹ ਹੈ ਉਹਦੇ ਵਿਵੇਕਤਾ, ਉਹਦਾ ਗਿਆਨ, ਜੋ ਪਰਮਾਤਮਾ ਦੇ ਪ੍ਰਤੀ ਉਹ ਝੁਕਾਅ ਰੱਖਦਾ ਹੈ ਕਿ ਮੈਂ ਇਕੱਲਾ ਖਾਣ ਪੀਣ ਤੇ ਸੌਣ ਨਹੀਂ ਆਇਆ। ਜਿੱਥੇ ਕੁੱਲ ਕਾਇਨਾਤ ਦੇ ਜੀਵਾਂ ਅੰਦਰ ਇਹ ਸੋਝੀ ਰੱਬ ਨੇ ਨਹੀਂ ਪਾਈ, ਉਹਨਾਂ ਨੂੰ ਭੋਗ ਜੁਨਾ ਕਿਹਾ ਗਿਆ ਵੀ ਉਹਨਾਂ ਖਾਣਾ ਪੀਣਾ ਸੌਣਾ ਤੇ ਭੋਗਣਾ ਹੈ। ਪਰ ਮਨੁੱਖ ਨੇ ਜਿੱਥੇ ਕੁਝ ਪਦਾਰਥਾਂ ਦਾ ਭੋਗ ਕਰਨਾ ਹੈ, ਉੱਥੇ ਉਹਦੇ ਪ੍ਰਤੀ ਇੱਕ ਮਹਾਨ ਕਰਮ ਆਇਆ ਹੈ ਕਿ ਪਰਮਾਤਮਾ ਪਰਮੇਸ਼ਵਰ ਦੀ ਪ੍ਰਾਪਤੀ ਕਰਕੇ ਆਪਣੇ ਇਸ ਕਰਮ ਜੋਨ, ਭੋਗ ਜੋਨ ਤੋਂ ਮੁਕਤੀ ਪ੍ਰਾਪਤ ਕਰ ਲੈਣੀ। ਇਸ ਕਰਕੇ ਇਹ ਜੂਨ ਮਿਲੀ ਹੈ। ਤੇ ਇਹਦੇ ਵਿੱਚ ਹੀ ਤਾਂ ਮਹਾਨਤਾ ਹੈ ਵੀ ਪਰਮੇਸ਼ਵਰ ਨੂੰ ਧਿਆਏ, ਜੀਵਨ ਦੀ ਪਰਵਰਿਸ਼ ਕਰਦਾ ਰਹੇ, ਪਾਲਣਾ ਕਰਦਾ ਰਹੇ। ਪਰ ਯਾਦ ਰੱਖੇ, ਪਰਵਰਿਸ਼ ਕਰਦਾ, ਧੰਦਾ ਕਰਦਾ ਵੀ ਇਹ ਗੱਲ ਯਾਦ ਰੱਖੇ ਕਿ ਮੇਰਾ ਧੰਦਾ ਜਿਹੜਾ, ਮੇਰਾ ਕਰਮ ਜਿਹੜਾ ਹੈ, ਮੇਰੀ ਸਿਆਣਪ ਨਾਲ ਨਹੀਂ ਚੱਲ ਰਿਹਾ, ਮੇਰੇ ਉਦਮ ਨਾਲ ਨਹੀਂ ਚੱਲ ਰਿਹਾ। ਇਹਨੂੰ ਚਲਾਉਣ ਵਾਲਾ ਉਹ ਵੱਡਾ ਕਰਤਾ ਹੀ ਹੈ, ਅਕਾਲ ਪੁਰਖ ਹੀ ਹੈ। ਜਿਸ ਦਿਨ ਇਹ ਸੋਚ ਬਣ ਗਈ, ਫਿਰ ਬੰਦੇ ਦੀ ਪਹਿਲੀ ਗੱਲ ਤੇ ਕਿਰਤ ਮਾੜੀ ਨਹੀਂ ਹੋਏਗੀ।
ਦੂਸਰੀ ਗੱਲ, ਉਹਦੇ ਹੱਥਾਂ ਰਾਹੀਂ, ਉਹਦੇ ਦਿਮਾਗ ਰਾਹੀਂ ਕਿੱਡੀ ਵੀ ਕਾਢ ਹੋ ਜਾਏ, ਕਦੀ ਉਹ ਕਰਤਾ ਬਣ ਕੇ ਹੰਕਾਰੀ ਨਹੀਂ ਹੋਏਗਾ। ਉਹ ਆਖੇਗਾ ਸਾਰੇ ਦਾ ਕਰਤਾ ਅਕਾਲ ਪੁਰਖ ਵਾਹਿਗੁਰੂ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਸਿੱਖਿਆ ਲਈਏ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਲਯੁਗ ਦਾ ਬੋਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਨੇ ਬਾਣੀ ਕੇ ਜਹਾਜ਼ ਸਤਿਗੁਰ ਜੀ ਦੀ ਜਦੋਂ ਸੰਪਾਦਨਾ ਕਰ ਦਿੱਤੀ ਨਾ, ਤੇ ਸਾਰੀ ਦੁਨੀਆ ਦੇ ਲੋਕ ਸੰਗਤ ਇਹ ਬਚਨ ਆਖਦੇ ਸਨ, ਸਤਿਗੁਰੂ ਜੀ ਤੁਸੀਂ ਕਲਯੁਗ ਦੇ ਅੰਦਰ ਉਹ ਗ੍ਰੰਥ ਨੂੰ ਰਚਿਆ ਹੈ ਜਿਹੜਾ ਪਰਮਾਤਮਾ ਦੇ ਘਰ ਤੱਕ ਦੀ ਗਮਤਾ ਜੀਵ ਦੀ ਕਰਾਂਦਾ ਹੈ। ਤੁਸੀਂ ਸੰਸਾਰ ਦੇ ਵਿੱਚ ਬਹੁਤ ਵੱਡਾ ਦੁਨੀਆ ਤੇ ਪਰਉਪਕਾਰ ਕੀਤਾ ਹੈ ਕਿ ਬਾਣੀ ਨੂੰ ਰਚਿਆ ਹੈ। ਪਰ ਗੁਰੂ ਸਾਹਿਬ ਜੀ ਕਿਉਂਕਿ ਉਹ ਕਰਤੇ ਨੂੰ ਜਾਣਦੇ ਸਨ, ਉਹਨਾਂ ਨੇ ਵਚਨ ਕੀਤੇ ਗੁਰੂ ਕੀ ਸਵਾਰੀ ਸੰਗਤ ਨੂੰ ਕਿ ਐ ਗੁਰੂ ਕੀ ਸੰਗਤ ਮੈਂ ਕਰਤਾ ਨਹੀਂ, ਸਿੱਖਿਆ ਦਿੱਤੀ। ਹਾਲਾਂਕਿ ਪ੍ਰਤੱਖ ਹਰ ਨੇ ਉਹਨਾਂ ਕਿਹਾ ਇਹ ਤਾਂ ਪਰਮਾਤਮਾ ਨੇ ਆਪ ਕਰਵਾਇਆ ਹੈ, ਮੈਂ ਇਸ ਯੋਗ ਨਹੀਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ ਮੈਂ ਨਿਰਗੁਣਿਆਰੇ। ਨਿਰਗੁਣਿਆਰਾ ਮੰਨਣਾ ਆਪਣੇ ਆਪ ਨੂੰ ਕਦੋਂ ਹੀ ਮੰਨਿਆ ਜਾਏਗਾ? ਜਦੋਂ ਕਰਤੇ ਵੱਲ ਧਿਆਨ ਹੋਏਗਾ, ਕਰਤੇ ਵੱਲ ਸੁਰਤ ਹੋਏਗੀ। ਪਰ ਜੇ ਸੁਰਤ ਹੀ ਆਪਣੇ ਭੋਗਾਂ ਤੇ ਆਪਣੇ ਇੰਦਰੀਆਂ ਤੇ ਹੈ, ਫਿਰ ਬੰਦਾ ਆਪਣੇ ਆਪ ਨੂੰ ਵੱਡਾ ਕਰਤਾ ਮੰਨਦਾ ਵੀ ਮੇਰੇ ਤੋਂ ਵੱਡੀ ਕਿਸੇ ਦੀ ਕਾਢ ਨਹੀਂ ਹੋ ਸਕਦੀ। ਇਸ ਕਰਕੇ ਦਾਤਾਰ ਜੀ ਨੇ ਸਮਝਾਇਆ ਹੈ ਕਿ ਤੇਰੇ ਕਰਤਾਪਨ ਦਾ ਭਾਵ ਜਿੱਦਣ ਮੁੱਕੇਗਾ ਉਦਣ ਪਰਮਾਤਮਾ ਦਾ ਤੂੰ ਭਗਤ ਬਣੇਗਾ। ਤੇ ਯਾਦ ਰੱਖ, ਜਦੋਂ ਤੇਰਾ ਕਰਤਾ ਭਾਵ ਨਹੀਂ ਸੀ, ਕੁਝ ਕਮਾ ਖੱਟ ਨਹੀਂ ਸਹਿ ਸਕਦਾ, ਪਰਮਾਤਮਾ ਨੇ ਤੇਰੀ ਪਰਵਰਿਸ਼ ਮਾਤਾ ਦੇ ਉਦਰ ਵਿੱਚ ਉਦੋਂ ਕੀਤੀ। ਭਗਤ ਧੰਨਾ ਜੀ ਨੇ ਵੀ ਇਸ ਗੱਲ ਦੀ ਗਵਾਹੀ ਭਰੀ ਆ। ਉਹਨਾਂ ਬਚਨ ਕੀਤੇ ਨੇ, ਅਸੀਂ ਪੜ੍ਹਦੇ ਹਾਂ, ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ, ਬਿਬਹਿ ਨ ਜਾਨਸ ਕੋਈ, ਜੇ ਧਾਵੈ ਬ੍ਰਹਮੰਡ ਖੰਡ ਕੋ, ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਦਰ ਉਦਕ ਮਹਿ, ਪਿੰਡ ਕੀਆ 10 द्वारा, ਦੇ ਆਹਾਰ ਅਗਨ ਮੈਂ ਰੱਖੈ, ਐਸਾ ਖਸਮ ਹਮਾਰਾ। ਕਹਿੰਦੇ ਤੈਨੂੰ ਮਾਤਾ ਦੇ ਉਦਰ ਵਿੱਚ ਅਗਨ ਵਿੱਚ ਪਾਲਿਆ, ਅਗਨ ਵਿੱਚ ਪਾਲਿਆ, ਦੇ ਆਹਾਰ ਅਗਨ ਮਹਿ ਰੱਖੈ, ਐਸਾ ਖਸਮ ਹਮਾਰਾ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਨ ਨਾਏ। ਕੁੰਮੀ ਕਹਿੰਦੇ ਕੱਛੂ ਕੁੰਮੀ ਨੂੰ, ਕਹਿੰਦੇ ਉਹ ਪਾਣੀ ਦੇ ਵਿੱਚ ਰਹਿੰਦੀ ਹੈ, ਪਾਣੀ ਦਾ ਜੀਵ ਹੈ ਨਾ, ਪਰ ਜਦੋਂ ਉਹਨੇ ਆਂਡੇ ਦੇਣੇ ਹੁੰਦੇ ਨੇ, ਬੱਚੇ ਦੇਣੇ ਹੁੰਦੇ ਨੇ, ਉਹ ਰੇਤ ਤੇ ਆ ਜਾਂਦੇ, ਟਿੱਬੇ ਤੇ ਆ ਜਾਂਦੇ, ਆਪ ਫਿਰ ਪਾਣੀ ਵਿੱਚ ਚਲੀ ਜਾਂਦੀ। ਕਹਿੰਦੇ ਉਹਨਾਂ ਦੀ ਪਰਵਰਿਸ਼ ਉਹ ਅਕਾਲ ਪੁਰਖ ਅੱਗੇ ਮਾਨੋ ਧਿਆਨ ਧਰਦੀ ਹੈ ਬਾਣੀ ਵਿੱਚ। ਤੇ ਭਾਈ ਗੁਰਦਾਸ ਨੇ ਇਸ ਗੱਲ ਦੀ ਦ੍ਰਿੜਤਾ ਕੀਤੀ, ਕੱਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣੈ, ਕੂੰਜ ਹਿਰਦੈ ਸਿਮਰਨ ਕਰੈ, ਲੈ ਬੱਚਾ ਉੜਦੀ ਅਸਮਾਨ ਹੈ। ਕਹਿੰਦੇ ਆਪਣੇ ਬੱਚਿਆਂ ਦਾ ਧਿਆਨ ਇੰਨੀ ਪਰਪੱਕਤਾ ਨਾਲ ਕਰਦੇ ਨੇ ਨਾ, ਉਹ ਅਕਾਲ ਪੁਰਖ ਤੇ ਆਸ਼ਰਿਤ ਹੋ ਜਾਂਦੇ ਨੇ ਕਿ ਇਹ ਮਾਲਕਾ ਸਾਡਾ ਉਹ ਤੂੰ ਹੀ ਹੈ। ਉਹਨਾਂ ਦਾ ਧਿਆਨ ਐਡਾ ਵੱਡਾ ਸਿਮਰਨ ਬਣ ਜਾਂਦਾ ਹੈ ਕਿ ਉਹਨਾਂ ਦੇ ਬੱਚੇ ਆਪ ਮੁਹਾਰੇ ਉਹਨਾਂ ਕੋਲ ਆ ਜਾਂਦੇ ਨੇ। ਅੱਜ ਸਾਡੇ ਬੱਚੇ ਸਾਡੇ ਕੋਲ ਹੀ ਬੈਠੇ ਨੇ ਤੇ ਅਸੀਂ ਇਸ ਗੱਲ ਦਾ ਅਫਸੋਸ, ਸਰੀਰ ਕਰਕੇ ਹਰ ਪਰਿਵਾਰ ਬੈਠਾ ਹੈ, ਪਰ ਝਾਤ ਮਾਰੀਏ ਅਸੀਂ ਕੋਲ ਬੈਠੇ, ਗੋਡੇ ਨਾਲ ਗੋਡਾ ਜੋੜ ਕੇ ਬੈਠੇ ਹਾਂ, ਪਰ ਕਿੰਨੇ ਦੂਰ ਹੈ ਇੱਕ ਦੂਜੇ ਤੋਂ। ਕਿਉਂ? ਕਿਉਂਕਿ ਇੱਕ ਦੂਜੇ ਪ੍ਰਤੀ ਧਿਆਨ ਹੀ ਨਹੀਂ। ਇਹਦੀ ਜ਼ਰੂਰਤ ਕੀ ਹੈ, ਇਹਦੀ ਇੱਛਾ ਕੀ ਹੈ? ਹਰ ਮਾਂ ਬਾਪ ਕੇਵਲ ਇਤਨਾ ਸੋਚਦਾ ਜੋ ਗਲਤ ਹੈ ਕਿ ਸਿਰਫ ਮੇਰੀ ਡਿਊਟੀ ਹੈ, ਮੇਰਾ ਫਰਜ਼ ਹੈ ਕਿ ਧੀ ਪੁੱਤਰ ਨੂੰ ਪਦਾਰਥ ਦੇਣੇ, ਜਿੰਨਾ ਚਿਰ ਉਹ ਆਪ ਕਮਾ ਨਹੀਂ ਸਕਦਾ, ਉਹਦੇ ਪੜ੍ਹਨ ਦਾ, ਉਹਦੇ ਲਿਖਣ ਦਾ, ਉਹਦੇ ਖਾਣ ਪੀਣ ਦਾ ਪ੍ਰਬੰਧ ਕਰਨਾ। ਗੁਰੂ ਸਵਾਰਿਓ, ਇਹ ਉਹਦੇ ਸਰੀਰ ਦੇ ਪਾਲਣ ਦੀ ਪਰਵਰਿਸ਼ ਹੈ। ਤੁਸੀਂ ਉਹਦੇ ਲਈ ਕੀ ਕਰ ਰਹੇ ਹੋ? ਉਹਦੇ ਲਈ ਤੁਹਾਨੂੰ ਆਪ ਕੋਲ ਬੈਠਣਾ ਪਏਗਾ, ਉਹਦੇ ਵਿਚਾਰ ਸੁਣਨੇ ਪੈਣਗੇ, ਆਪਣੇ ਵਿਚਾਰ ਦੱਸਣੇ ਪੈਣਗੇ, ਉਹਦੇ ਖਿਆਲਾਂ ਨੂੰ ਪੜ੍ਹਨਾ ਪਏਗਾ, ਉਹਦੀ ਮਨੋਭਾਵ ਨੂੰ ਪੜ੍ਹਨਾ ਪਏਗਾ, ਜਿਸ ਤੋਂ ਅੱਜ ਅਸੀਂ ਬਹੁਤ ਦੂਰ ਹੋ ਗਏ। ਇਸ ਕਰਕੇ ਮਾਂ ਬਾਪ ਤੋਂ ਬੱਚੇ, ਨਵੀਆਂ ਪੀੜ੍ਹੀਆਂ ਦੂਰ ਨੇ। ਬੁਢੇਪੇ ਵਿੱਚ ਆ ਕੇ ਫਿਰ ਅਸੀਂ ਕਸੂਰ ਕੱਢਦੇ ਹਾਂ ਕਿਉਂਕਿ ਅਸੀਂ ਜਵਾਨੀ ਵਿੱਚ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਹੁੰਦਾ, ਤੇ ਫਿਰ ਉਹ ਆਪ ਜਵਾਨੀ ਵਿੱਚ ਆ ਕੇ ਬੁੱਢਿਆਂ ਨੂੰ ਟਾਈਮ ਨਹੀਂ ਦਿੰਦੇ। ਲੈਨੇ ਅਸੀਂ ਆਪਣਾ ਹੀ ਆ, ਜੋ ਕੁਝ ਅਸੀਂ ਪਹਿਲਾਂ ਵੰਡਿਆ ਹੈ ਉਹ ਕੁਝ ਹੀ ਸਾਨੂੰ ਮਿਲਦਾ ਹੈ। ਇਹ ਝਾਤ ਮਾਰੀ ਹੈ ਕਿ ਜੇ ਬੱਚਿਆਂ ਨੂੰ ਸਮਾਂ ਦਿੱਤਾ ਹੈ ਤਾਂ ਉਹ ਤੁਹਾਡੇ ਵਡੇਰੇ ਹੁੰਦਿਆਂ ਤੁਹਾਨੂੰ ਸਮਾਂ ਦੇਣਗੇ, ਤੇ ਜੇ ਤੁਸੀਂ ਨਹੀਂ ਦਿੱਤਾ, ਠੀਕ ਹੈ, ਕਰ ਅਸੀਂ ਉਹਨਾਂ ਲਈ ਰਹੇ ਹੁੰਦੇ ਹਾਂ, ਪਰ ਇੰਨਾ ਕੁ ਨਹੀਂ
ਇੱਕ ਪੀੜ੍ਹੀ ਲਈ ਕਰਨਾ ਹੋਵੇ, ਬੰਦੇ ਨੇ ਬੱਚਿਆਂ ਲਈ ਕਰਨਾ ਹੋਵੇ, ਬਹੁਤ ਕੁਝ ਰੱਬ ਨੇ ਦਿੱਤਾ ਹੈ। ਪਰ ਮਨੁੱਖ ਬਹੁਤ ਦੂਰ ਦੀ ਸੋਚ ਲੈਂਦਾ, ਉਹਨਾਂ ਪੀੜ੍ਹੀਆਂ ਬਾਰੇ ਵੀ ਸੋਚ ਲੈਂਦਾ ਜੋ ਅਜੇ ਹੋਂਦ ਵਿੱਚ ਵੀ ਨਹੀਂ ਆਈਆਂ। ਕਸੂਰ ਸਾਡਾ ਹੈ। ਪੰਛੀ ਜੀਵ ਆਪਣੇ ਬੱਚਿਆਂ ਤੱਕ ਸੀਮਤ ਨੇ, ਉਹਨਾਂ ਦਾ ਧਿਆਨ ਰੱਖਦੇ ਨੇ, ਉਹਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਮੁਹੱਬਤ ਕਰਦੇ ਨੇ। ਇਸ ਕਰਕੇ ਉਹਨਾਂ ਕੋਲ ਕੋਈ ਭਾਸ਼ਾ ਨਹੀਂ, ਕੋਈ ਸੰਕੇਤ ਨਹੀਂ ਬਹੁਤੇ, ਫਿਰ ਵੀ ਆਪਸ ਵਿੱਚ ਕਿੰਨੇ ਜੁੜੇ ਹੁੰਦੇ ਨੇ। ਸਾਡੇ ਕੋਲ ਇੰਨੇ ਵਸੀਲੇ ਨੇ, ਮਨੁੱਖ ਮਨੁੱਖ ਤੋਂ ਦੂਰ ਹੋ ਗਿਆ। ਕਿੰਨੀ ਤਰਾਸਦੀ ਹੈ ਸਾਡੀ, ਕਿੱਡਾ ਦੁਖਾਂਤ ਹੈ ਕਿ ਜਿੰਨੇ ਵਸੀਲੇ ਮਨੁੱਖ ਨੇ ਅਖਤਿਆਰ ਕੀਤੇ ਨੇ ਨਾ, ਉਹ ਸਾਰੇ ਕੀਤੇ ਇਸ ਭਾਵਨਾ ਨਾਲ ਸੀ ਕਿ ਬੰਦਾ ਬੰਦੇ ਨਾਲ ਜੁੜ ਜਾਏ। ਪਰ ਉਹ ਵਸੀਲੇ ਇੰਨੇ ਭਿਆਨਕ ਹੋ ਗਏ ਕਿ ਉਹਨਾਂ ਨੇ ਬੰਦਿਆਂ ਨੂੰ ਬੰਦਿਆਂ ਤੋਂ ਦੂਰ ਕਰ ਦਿੱਤਾ, ਕੌਮਾਂ ਨੂੰ ਕੌਮਾਂ ਤੋਂ ਦੂਰ ਕਰ ਦਿੱਤਾ। ਉਹਨਾਂ ਵਸੀਲਿਆਂ ਨੇ ਜਿਹੜੇ ਇਸ ਆਸ ਨਾਲ ਧਾਰਨ ਕੀਤੇ ਗਏ ਸਨ ਕਿ ਇਹ ਮਨੁੱਖ ਨੂੰ ਆਪਸ ਵਿੱਚ ਜੋੜਨਗੇ, ਮਨੁੱਖ ਨੂੰ ਸਿਰ ਜੋੜਨ ਦਾ ਸਮਾਂ ਮਿਲੇਗਾ। ਪਰ ਗੁਰੂ ਸਾਹਿਬ ਨੇ ਕਿਹਾ ਉਹ ਇੱਕੋ ਵਸੀਲਾ ਹੈ, ਉਹ ਹੈ ਰੱਬ ਦੇ ਪਿਆਰਿਆਂ ਦੇ ਪਾਸ ਬੈਠਣਾ, ਗੁਰੂ ਦੀ ਸੋਭਤ ਵਿੱਚ ਬੈਠਣਾ, ਗੁਰੂ ਦੀ ਸੰਗਤ ਵਿੱਚ ਬੈਠਣਾ। ਅਸੀਂ ਇਹ ਵਸੀਲਾ ਤਿਆਗ ਦਿੱਤਾ ਹੈ ਤੇ ਬਾਕੀ ਜੋ ਕੁਝ ਮਰਜ਼ੀ ਚੁੱਕੀ ਫਿਰੀ, ਉਹਦੇ ਨਾਲ ਕੀ ਫਾਇਦਾ ਹੋਣਾ। ਇਸ ਕਰਕੇ ਦਾਤਾਰ ਜੀ ਨੇ ਵਚਨ ਕੀਤੇ, ਹੇ ਜੀਵ ਪਹਿਲਾਂ ਤੇ ਇਹ ਮੰਨ ਵੀ ਤੂੰ ਕਰਤਾ ਨਹੀਂ, ਤੂੰ ਉਦਮ ਵਿਅਰਥ ਨਾ ਚਿਤਵ, ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਕਿ ਤੇਰੇ ਆਹਾਰ ਦਾ ਪ੍ਰਬੰਧ ਕਰਨ ਲਈ ਰੱਬ ਆਪ ਕਰ ਰਿਹਾ ਸਾਰਾ ਕੁਝ। ਉਹਨੇ ਕੀਤਾ ਪਹਿਲਾਂ ਵੀ ਤੇ ਅੱਗੇ ਵੀ ਕਰਦਾ ਰਹੇਗਾ। ਜੇ ਤੈਨੂੰ ਪੇਟ ਵਿੱਚ ਦਿੱਤਾ ਹੈ ਤੇ ਧਰਤੀ ਤੇ ਨਾ ਦੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਪੜ੍ਹੋ, ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਗਨੀ ਮਨ ਗਾਰੈ, ਪਛ ਪਸ਼ੂ ਨਗ ਨਾਗ ਨਿਰਾਦਪ, ਸਰਬ ਸਭੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ। ਕਹਿੰਦੇ ਦੀਨਾਂ ਦੀ ਪ੍ਰਤਪਾਲਨਾ ਕਰਦਾ, ਆਪਣਿਆਂ ਦੀ ਰੱਖਿਆ ਕਰਦਾ। ਗਨੀਮਤ ਕਹਿੰਦੇ ਜਿਹੜੇ ਲੁਟੇਰੇ ਲੁੱਟਣ ਵਾਲੇ ਜ਼ਾਲਮ ਹੁੰਦੇ ਨੇ, ਉਹਨਾਂ ਨੂੰ ਗਾਰੈ, ਸਾੜ ਦਿੰਦਾ, ਉਹਨਾਂ ਦਾ ਨਾਸ ਕਰ ਦਿੰਦਾ, ਜਿਹੜੇ ਦੂਜਿਆਂ ਦੀ ਕਿਰਤ ਤੇ ਪਲਦੇ ਨੇ। ਗਨੀਮਤ ਗਾਰੈ, ਪਛ ਪੰਛੀਆਂ ਨੂੰ ਕਿਹਾ ਗਿਆ, ਪਸ਼ੂਆਂ ਨੂੰ ਕਿਹਾ ਗਿਆ, ਨਗ ਦਾ ਅਰਥ ਇੱਥੇ ਸੱਪ ਨਹੀਂ, ਉਹ ਨਾਗ ਦਾ ਅਰਥ ਹੈ ਸੱਪ। ਨਗ ਦਾ ਅਰਥ ਹੈ ਪੱਥਰਾਂ ਵਿੱਚ, ਪੱਥਰਾਂ ਦੀ ਵੀ ਪ੍ਰਤਪਾਲਨਾ ਕਰਦਾ। ਜਿਵੇਂ ਅਸੀਂ ਕਹਿੰਦੇ ਵੀ ਕਿਸੇ ਨੇ ਨਗ ਪਾਇਆ, ਨਗ ਨਾਮ ਪੱਥਰ ਦਾ ਹੀ ਹੈ, ਕੀਮਤੀ ਪੱਥਰ, ਰੰਗਦਾਰ ਪੱਥਰ। ਕਹਿੰਦੇ ਪਸ਼ੂਆਂ ਨੂੰ, ਪੰਛੀਆਂ ਨੂੰ, ਪਹਾੜਾਂ ਨੂੰ, ਨਾਗਾਂ ਨੂੰ, ਸਾਰਿਆਂ ਨੂੰ ਪ੍ਰਤਪਾਲਦਾ ਹੈ। ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਕਹਿੰਦੇ ਏਡਾ ਵੱਡਾ ਦਿਆਲ ਹੈ, ਬੰਦਾ ਬੰਦੇ ਦਾ ਦਾਤਾ ਹੋਵੇ ਨਾ, ਉਹਨੂੰ ਪਤਾ ਲੱਗ ਜੇ ਵੀ ਮੇਰੀ ਪਿੱਠ ਪਿੱਛੇ ਨਿੰਦਿਆ ਕਰਦਾ ਪਿਆ, ਤੇ ਅਗਲੇ ਦਿਨ ਬੰਦਾ ਉਹਨੂੰ ਕੰਮ ਨਹੀਂ ਦਿੰਦਾ ਵੀ ਮੇਰੀ ਨਿੰਦਿਆ ਕਰਦਾ। ਹਾਲਾਂਕਿ ਕੰਮ ਕਰਕੇ ਬੰਦਾ ਰੋਟੀ ਖਾਂਦਾ, ਪਰ ਉਹਨੂੰ ਇੰਨਾ ਪਤਾ ਲੱਗ ਜੇ ਵੀ ਮੇਰੇ ਥੱਲੇ ਕੰਮ ਕਰਦਾ, ਕੰਮ ਦਾ ਹਰਜਰਾਨਾ ਲੈਂਦਾ, ਪਰ ਮੇਰੀ ਨਿੰਦਿਆ ਕਰਦਾ, ਬੰਦਾ ਅਗਲੇ ਦਿਨ ਉਹਨੂੰ ਆਪਣੇ ਘਰ, ਆਪਣੇ ਦਫ਼ਤਰ ਵਿੱਚ ਵੜਨ ਨਹੀਂ ਦਿੰਦਾ। ਤੇ ਗੁਰੂ ਸਾਹਿਬ ਕਹਿੰਦੇ ਵੇਖੋ ਇੰਨੀ ਕੁ ਦੁਨੀਆ ਹੈ, ਸਾਰੇ ਕੋਈ ਰੱਬ ਥੋੜ੍ਹਾ ਕਰਦੇ ਨੇ। ਬਹੁਤ ਐਸੇ ਨੇ ਜਿਹੜੇ ਰੱਬ ਨੂੰ ਉਲਾਮੇ ਦਿੰਦੇ ਨੇ, ਬਹੁਤ ਐਸੇ ਨੇ ਜਿਹੜੀ ਉਹਦੀ ਹੋਂਦ ਤੋਂ ਹੀ ਮੁਨਕਰ ਨੇ। ਪਰ ਗੁਰੂ ਸਾਹਿਬ ਨੇ ਕਿਤਨੇ ਕਮਾਲ ਦੇ ਬਚਨ ਕਹੇ, ਕਹਿੰਦੇ ਦੋਖਣ ਦੇਖਤ ਹੈ, ਦੋਖੀਆਂ ਦੇ ਦੋਖ ਵੀ ਦੇਖਦਾ, ਪਰ ਦੇਤ ਨਾ ਹਾਰੋ। ਐਡਾ ਦਿਆਲ ਹੈ ਕਿਉਂਕਿ ਉਹ ਨਿਰਵੈਰ ਹੈ, ਉਹਨਾਂ ਨੂੰ ਵੀ ਦਿੰਦਾ, ਭਗਤਾਂ ਨੂੰ, ਪਿਆਰਿਆਂ ਨੂੰ ਤੇ ਉਹਨੇ ਦੇਣਾ ਹੀ ਦੇਣਾ ਨਾ। ਉਹ ਦੋਖੀਆਂ ਨੂੰ ਵੀ ਦਿੰਦਾ, ਜਿਹੜੇ ਉਹਦਾ ਜਸ ਨਹੀਂ ਕਰਦੇ, ਉਹਦੀ ਕੀਰਤੀ ਨਹੀਂ ਕਰਦੇ, ਰੱਬ ਤਾਂ ਉਹਨਾਂ ਨੂੰ ਵੀ ਦਿੰਦਾ। ਫਿਰ ਕਹਿੰਦੇ ਜਾ ਆਹਰ ਹਰ ਜੀਉ ਪਰਿਆ, ਉਹ ਤੇਰੇ ਆਹਰ ਵਿੱਚ ਆਪ ਲੱਗਾ ਹੋਇਆ, ਤੇਰੀ ਚਿੰਤਾ ਹੈ ਉਹਨੂੰ, ਨਾ ਕਰ ਚਿੰਤਾ ਹੈ ਕਰਤੇ। ਕਹਿੰਦੇ ਤੇਰੀ ਚਿੰਤਾ ਉਹਨੂੰ ਹੈ ਕਿਉਂਕਿ ਤੂੰ ਉਹਦਾ ਪੁੱਤਰ ਹੈ। ਅਸੀਂ ਰੱਬ ਦੀ ਸੰਤਾਨ ਆ, ਤੇ ਮਾਂ ਬਾਪ ਨੂੰ ਬੱਚਿਆਂ ਦੀ ਕਿੰਨੀ ਚਿੰਤਾ ਹੁੰਦੀ, ਉਹਨਾਂ ਦੇ ਆਹਾਰ ਦੀ, ਪਹਿਰਨ ਦੀ, ਜਿੰਨਾ ਚਿਰ ਉਹ ਅਭੋਲ ਨੇ, ਜਿੰਨਾ ਚਿਰ ਉਹ ਸਮਝਣ ਯੋਗ ਨਹੀਂ। ਇਸ ਕਰਕੇ ਦਾਤਾ ਨੇ ਕਿਹਾ ਅਭੋਲ ਭਗਤ ਬਣ ਕੇ ਰੱਬ ਨੂੰ ਸਮਰਪਿਤ ਹੋ ਜਾ, ਫਿਰ ਤੈਨੂੰ ਕੁਝ ਹੋਰ ਕਰਨ ਦੀ ਬਹੁਤੀ ਲੋੜ ਨਹੀਂ ਪਏਗੀ। ਆਪ ਮੁਹਾਰੇ ਦਾਤਾਂ ਤੇਰੇ ਪਾਸ ਹੋਣਗੀਆਂ। ਇਹ ਹਕੀਕਤ ਹੈ। ਜੋ ਪਰਮਾਤਮਾ ਦੇ ਪਿਆਰੇ ਬਣ ਜਾਂਦੇ ਨੇ ਨਾ, ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਨੂੰ ਅਰਾਧਿਆ, ਉਹਨਾਂ ਦੀ ਪਰਮਾਤਮਾ ਆਪ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। ਕਹਿੰਦੇ ਜਿਨ੍ਹਾਂ ਨੂੰ ਹਰੀ ਪਿਆਰਾ ਲੱਗ ਗਿਆ ਨਾ, ਹਰੀ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੇਖਦੇ, ਉਹਨਾਂ ਦੇ ਜਿਹੜੇ ਉਹਨਾਂ ਦੇ ਚੇਤੇ ਵਿੱਚ ਵੀ ਨਹੀਂ ਹੁੰਦੇ ਪਰਮਾਤਮਾ, ਉਹ ਵੀ ਕਰਮ ਸਵਾਰ ਦਿੰਦਾ ਹੈ। ਕਿਉਂਕਿ ਜਾਂ ਆਹਰ ਹਰ ਜੀਉ ਪਰਿਆ, ਉਹ ਸਾਡੇ ਆਹਾਰ ਵਿੱਚ ਆਪ ਲੱਗਾ। ਅਸੀਂ ਕਿਹੜੇ ਆਹਾਰ ਵਿੱਚ ਲੱਗਣਾ ਹੈ, ਅਸੀਂ ਉਹਨੂੰ ਧਿਆਣਾ ਹੈ, ਉਹਦਾ ਸ਼ੁਕਰਾਨਾ ਕਰਨਾ ਹੈ। ਪਰ ਮਨੁੱਖ ਕਰਦਾ ਕੀ ਹੈ,
ਪੰਚਮ ਪਾਤਸ਼ਾਹ ਦਾ ਇੱਕ ਬਚਨ ਹੁੰਦਾ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ ਵਿਰਲਾ ਬੁੱਝੈ ਕੋਏ। ਕਹਿੰਦੇ ਬਾਕੀ ਕੰਮ ਤਾਂ ਬੰਦਾ ਸਾਰੇ ਕਰਦਾ ਹੈ, ਪਰ ਇੱਕ ਆਹਰ ਨਹੀਂ ਕਰਦਾ। ਕਿਹੜਾ ਆਹਰ? ਜਿਸ ਆਹਰ, ਜਿਸ ਕਰਮ ਦੇ ਕੀਤਿਆਂ ਜੀਵਨ ਸਫਲਾ ਹੋਣਾ, ਕੁਲਾਂ ਨੇ ਸਫਲਾ ਹੋਣਾ, ਪੀੜ੍ਹੀਆਂ ਨੇ ਸਫਲਾ ਹੋਣਾ, ਉਹ ਨਹੀਂ ਕਰਦਾ। ਕਰਮ ਉਹ ਕਰ ਰਹੇ ਆ ਜਿਹਦੇ ਨਾਲ ਪੀੜ੍ਹੀਆਂ ਨੇ ਗਲ ਜਾਣਾ ਹੈ, ਨਾਸ ਹੋ ਜਾਣਾ ਸਾਡੀਆਂ ਪੀੜ੍ਹੀਆਂ ਦਾ, ਜਿਹੜੇ ਕਰਮ ਅਸੀਂ ਸੰਸਾਰ ਦੇ ਵਿੱਚ ਮੰਦੇ ਕਰ ਰਹੇ ਹਾਂ। ਪਰ ਜਿਸ ਕਰਮ ਨੇ ਪੀੜ੍ਹੀਆਂ ਨੂੰ ਸੁਰਜੀਤ ਕਰਨਾ ਹੈ, ਅਸੀਂ ਉਸ ਕਰਮ ਨੂੰ ਭੁਲਾਇਆ ਹੋਇਆ ਹੈ। ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ। ਕਹਿੰਦੇ ਜਿਸ ਕੰਮ ਨੂੰ ਕੀਤਿਆਂ ਸੰਸਾਰ ਦਾ ਭਲਾ ਹੋਣਾ ਹੈ, ਉਹ ਕੋਈ ਰੱਬ ਦਾ ਪਿਆਰਾ ਸਤ ਸੰਗੀ ਵਿਰਲਾ ਹੀ ਜਾਣਦਾ ਹੈ। ਜਾਂ ਆਹਰ ਹਰ ਜਿਉ ਪਰਿਆ। ਕਿਵੇਂ ਪਰਿਆ? ਸਭ ਪਾਸੇ ਦਾਤਾ ਜੀ ਕਹਿੰਦੇ ਸੈਲ ਪੱਥਰ ਮੈਂ ਜੰਤ ਉਪਾਏ। ਪੱਥਰਾਂ ਵਿੱਚ, ਪਹਾੜਾਂ ਵਿੱਚ ਪਰਮਾਤਮਾ ਨੇ ਜਨਤਾ ਨੂੰ ਪੈਦਾ ਕੀਤਾ ਹੋਇਆ, ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਉੱਥੇ ਹੈ। ਪਾਖਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀ। ਭਗਤ ਧੰਨਾ ਜੀ ਕਹਿੰਦੇ ਉੱਥੇ ਕੋਈ ਰਾਹ ਨਹੀਂ, ਕੋਈ ਬਾਜ਼ਾਰ ਨਹੀਂ ਲੱਗੇ, ਕੋਈ ਮੰਡੀਆਂ ਨਹੀਂ ਲੱਗੀਆਂ, ਪਰ ਸੈਲ ਪੱਥਰ ਮੈਂ ਜੰਤ ਉਪਾਏ। ਉੱਥੇ ਵੀ ਜਨਤਾ ਨੂੰ ਪੈਦਾ ਕਰਦਾ, ਤਾਕਾ ਰਿਜਕ ਆਗੈ ਕਰ ਧਰਿਆ। ਪੈਦਾ ਕਰਨ ਤੋਂ ਪਹਿਲਾਂ ਰਿਜਕ, ਕਿੱਡੀ ਪਰਮਾਤਮਾ ਦੀ ਰਹਿਮਤ ਹੈ, ਉਹਨੇ ਪੈਦਾ ਕਰਨ ਤੋਂ ਪਹਿਲਾਂ ਰਿਜਕ ਪੈਦਾ ਕੀਤਾ। ਅਸੀਂ ਸਾਰੇ ਜਾਣਦੇ ਹਾਂ, ਪਰਿਵਾਰਾਂ ਵਾਲੇ ਹਾਂ, ਅਤੇ ਅਜੇ ਬੱਚੇ ਦੀ ਆਮਦ ਨਹੀਂ ਹੁੰਦੀ ਤੇ ਮਾਂ ਦੇ ਪਾਸ ਪਹਿਲਾਂ ਰੱਬ ਦੀ ਨਿਆਮਤ ਦੁੱਧ ਆ ਜਾਂਦੀ ਹੈ। ਜੇ ਬੱਚੇ ਦੀ ਆਮਦ ਨਹੀਂ ਹੋਈ, ਪਰ ਬੱਚੇ ਲਈ ਆਹਰ ਪਹਿਲਾਂ ਮਾਂ ਦੇ ਕੋਲ ਆ ਜਾਂਦਾ ਹੈ। ਮਾਂ ਥੋੜ੍ਹਾ ਚਿਤਵਦੀ ਹੈ ਵੀ ਮਾਂ ਆਖੇ ਮੈਂ ਉਦਮ ਕਰ ਰਹੀ ਹਾਂ, ਮੈਂ ਉਪਰਾਲਾ ਕਰ ਰਹੀ ਹਾਂ ਕਿ ਮੈਂ ਆਪਣੇ ਬੱਚੇ ਨੂੰ ਦੁੱਧ ਪਿਆਣਾ ਅਤੇ ਉਹਦਾ ਪ੍ਰਬੰਧ ਮੈਂ ਕੀਤਾ। ਬਿਲਕੁਲ ਇਹ ਨਾਦਾਨੀ ਵਾਲੀ ਗੱਲ ਹੋਏਗੀ। ਗੁਰੂ ਸਾਹਿਬ ਕਹਿੰਦੇ ਵੀ ਪਹਿਲਾਂ ਰਿਜਕ ਹੈ, ਫਿਰ ਉਹ ਪਰਮਾਤਮਾ ਜਨਤਾ ਨੂੰ ਪੈਦਾ ਕਰਦਾ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਕਹਿੰਦੇ ਤੂੰ ਇਹ ਉਦਮਾਂ ਨਾਲ ਤਰਨਾ ਨਹੀਂ। ਦੋ ਕਰਮ ਹੁੰਦੇ ਨੇ, ਇੱਕ ਉਪਕਰਮ ਸਹਿਯੋਗੀ ਕਰਮ ਕਹਿ ਲਈ, ਇੱਕ ਮੁੱਖ ਕਰਮ ਕਹਿ ਲਈ। ਜਿਵੇਂ ਕੋਈ ਬੰਦੇ ਨੇ ਆਪਣੇ ਬੇਟੇ ਦਾ ਵਿਆਹ ਕਰਨਾ ਹੈ, ਮੁੱਖ ਕਾਰਜ ਹੋ ਗਿਆ ਨਾ, ਪਰ ਉਸ ਕਾਰਜ ਨੂੰ ਨੇਪਰੇ ਚਾੜਨ ਦੇ ਲਈ ਕਿੰਨੇ ਹੋਰ ਕੰਮ ਕਰਨੇ ਪੈਂਦੇ ਨੇ। ਹਰ ਤਰ੍ਹਾਂ ਦੇ ਬੰਦੇ ਦੇ ਨਾਲ ਵਿਚਾਰ ਕਰਨਾ ਪੈਂਦਾ ਵੀ ਡੈਕੋਰੇਸ਼ਨ ਕਿੰਨੇ ਕਰਨਾ ਹੈ, ਮਠਿਆਈ ਦਾ ਪ੍ਰਬੰਧ ਕਿੰਨੇ ਕਰਨਾ ਹੈ, ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਿੰਨੇ ਕਰਨਾ ਹੈ, ਰਿਸ਼ਤੇਦਾਰਾਂ ਨੂੰ ਕਿੰਨੇ ਸਾਂਭਣਾ ਹੈ। ਇਹ ਸਾਰੇ ਨਿੱਕੇ ਉਪਕਰਮ ਨੇ, ਇਹਨਾਂ ਤੋਂ ਬਿਨਾਂ ਮਹਾਨ ਕਰਮ ਨੇ ਨੇਪਰੇ ਨਹੀਂ ਚੜ੍ਹਨਾ। ਪਰ ਜੇ ਬੰਦਾ ਕਹੇ ਵੀ ਮੈਂ ਮਠਿਆਈ ਵਾਲੇ ਨਾਲ ਵੀ ਗੱਲ ਕਰ ਆਵਾਂ, ਟੈਂਟ ਵਾਲੇ ਨਾਲ ਵੀ ਗੱਲ ਕਰ ਆਵਾਂ, ਰਿਸ਼ਤੇਦਾਰਾਂ ਨੂੰ ਵੀ ਚਿੱਠੀਆਂ ਪੱਤਰ ਦੇ ਦਿਆਂ, ਪਰ ਮੈਂ ਮੁੰਡਾ ਨਹੀਂ ਵਿਆਹਣਾ, ਤੇ ਲੋਕ ਕੀ ਆਖਣਗੇ? ਉਹਨੂੰ ਮੂਰਖ ਆਖਣਗੇ ਨਾ ਵੀ ਤੂੰ ਸਾਰਾ ਕੰਮ ਤਾਂ ਕਰ ਲਿਆ, ਪਰ ਜਿਹਦੇ ਕਰਕੇ ਕੀਤਾ ਉਹ ਤੂੰ ਕਾਰਜ ਕਰਨ ਲਈ ਤਿਆਰ ਹੀ ਨਹੀਂ ਹੈਗਾ। ਸੰਸਾਰ ਵਿੱਚ ਬੰਦਾ ਸਾਰੇ ਕੰਮ ਕਰਦਾ ਪਿਆ, ਪਰ ਇਹ ਸਾਰੇ ਕਾਰਜ ਕਾਹਦੇ ਲਈ ਨੇ? ਵੀ ਤੇਰਾ ਮੁੱਖ ਕਰਮ ਜਿਹੜਾ ਨੇਪਰੇ ਚੜ੍ਹ ਜਾਏ। ਉਹ ਕਿਹੜਾ ਹੈ? ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕੀਤਾ ਨਾ ਕੰਮ। ਕਈ ਵਾਰੀ ਅਸੀਂ ਇਹਦੇ ਅਰਥ ਕਰਨੇ ਆ ਵੀ ਹੋਰ ਕੰਮ ਤੈਨੂੰ ਕਰਨੇ ਨਹੀਂ ਚਾਹੀਦੇ। ਬਿਲਕੁਲ ਨਹੀਂ। ਅਵਰ ਕਾਜ ਤੇਰਾ ਕੀਤਾ ਨਾ ਕਾਮ। ਜੇ ਤੂੰ ਉਹ ਮੁੱਖ ਕਰਮ ਕਰਨ ਵਿੱਚ ਅਸਫਲ ਹੋ ਗਿਆ ਜਾਂ ਨਹੀਂ ਕਰਨਾ ਚਾਹੁੰਦਾ, ਫਿਰ ਤੇਰੇ ਕਰਨ ਦਾ ਕੋਈ ਫਾਇਦਾ ਨਹੀਂ। ਜੇ ਤੂੰ ਪੁੱਤ ਹੀ ਨਹੀਂ ਵਿਆਹਣਾ ਤੇ ਉਹਦਾ ਪ੍ਰਬੰਧ ਕਰਨ ਦਾ ਵੀ ਕੋਈ ਫਾਇਦਾ ਨਹੀਂ। ਜੇ ਪੁੱਤ ਵਿਆਹਣਾ ਫਿਰ ਉਹਦੇ ਸਾਰੇ ਕੀਤੇ ਹੋਏ ਕੰਮ ਤੇਰੇ ਸਹਿਯੋਗੀ ਬਣ ਜਾਣਗੇ। ਕਰਮ ਉਹ ਕਰਨੇ ਨੇ ਜਿਹੜੇ ਪਰਮਾਤਮਾ ਦੀ ਪ੍ਰਾਪਤੀ ਦੇ ਸਹਿਯੋਗੀ ਬਣ ਜਾਣ। ਇਸ ਕਰਕੇ ਦਾਤਾ ਨੇ ਕਿਹਾ ਉਹ ਉੱਤਮ ਕਰਮ ਹੈ। ਬਾਕੀ ਕਰਮ ਇਸ ਤਰ੍ਹਾਂ ਕਰਨੇ ਨੇ ਵੀ ਤੇਰੇ ਨਾਲ ਸਹਾਇਤਾ ਕਰਨ। ਕਿ ਭਗਤਾਂ ਨੇ ਕਿਰਤ ਨਹੀਂ ਕੀਤੀ? ਕਿ ਗੁਰੂ ਸਾਹਿਬਾਨਾਂ ਨੇ ਕਿਰਤ ਨਹੀਂ ਕੀਤੀ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਾਂ ਜਦੋਂ ਸਤਿਗੁਰ ਜੀ ਉਦਾਸੀਆਂ ਤੇ ਗਏ, ਸਭ ਤੋਂ ਪਹਿਲਾਂ ਗਏ ਹੀ ਕਿਰਤੀ ਸਿੱਖ ਭਾਈ ਲਾਲੋ ਦੇ ਘਰ। ਸੰਦੇਸ਼ ਸੀ ਵੀ ਅਸੀਂ ਕਿਰਤੀ ਦੇ ਘਰ ਦਾ ਖਾਣਾ, ਵਿਹਲੇ ਦੇ ਘਰ ਦਾ ਨਹੀਂ ਖਾਣਾ, ਠੱਗੀ ਵਾਲੇ ਦੇ ਘਰ ਦਾ ਨਹੀਂ ਖਾਣਾ, ਜ਼ੁਲਮ ਕਰਨ ਵਾਲੇ ਦੇ ਘਰ ਦਾ ਨਹੀਂ ਖਾਣਾ, ਖੋਟੀ ਕਿਰਤ ਕਰਨ ਵਾਲੇ ਦੇ ਘਰ ਦਾ ਨਹੀਂ ਖਾਣਾ। ਗੁਰੂ ਨੇ ਸੰਕੇਤ ਦਿੱਤਾ ਵੀ ਸਿੱਖ ਆਪ ਕਿਰਤੀ ਹੈ ਤੇ ਉਹ ਕਿਰਤੀ ਦੇ ਘਰ ਵਿੱਚ ਹੀ ਖੁਸ਼ੀ ਨਾਲ ਜਾਵੇ, ਨਾ ਕਿ ਉਹਦੇ ਘਰ। ਪਦਾਰਥ ਤਾਂ ਬਹੁਤ ਮਿਲ ਜਾਣਗੇ ਜਿਹੜੇ ਕਿਰਤ ਨਹੀਂ ਕਰਦੇ, ਜਿਨ੍ਹਾਂ ਦੀ ਕਮਾਈ 2-3 ਨੰਬਰ ਦੀ ਹੈ, ਪਰ ਗੁਰੂ ਸਾਹਿਬ ਕਹਿੰਦੇ ਉਹਨਾਂ ਨੂੰ ਸਕੂਨ ਨਹੀਂ ਮਿਲ ਸਕਦਾ, ਉਹਨਾਂ ਨੂੰ ਅੰਦਰ ਦੀ ਤ੍ਰਿਪਤੀ ਨਹੀਂ ਮਿਲ ਸਕਦੀ। ਉਹ ਪਰਮਾਤਮਾ ਦੇ ਨਾਮ ਨਾਲ ਮਿਲਣੀ ਹੈ। ਗੁਰੂ ਸਾਹਿਬਾਨਾਂ ਨੇ ਆਪ ਕਿਰਤ ਕੀਤੀ।
ਗੁਰੂ ਨਾਨਕ ਦੇਵ ਜੀ ਨੇ ਤਾਂ ਸਾਰੀਆਂ ਕਿਰਤਾਂ ਕੀਤੀਆਂ। ਸਾਰੀ ਜ਼ਿੰਦਗੀ 'ਚ ਬੰਦਾ ਇੱਕ ਹੀ ਕਿਰਤ ਕਰੇਗਾ, ਖੇਤੀ ਵਾਲਾ ਖੇਤੀ, ਵਪਾਰ ਵਾਲਾ ਵਪਾਰ, ਹੱਟ ਵਾਲਾ ਹੱਟ, ਸੌਦਾਗਰ ਸੌਦਾਗਰੀ ਕਰਦਾ। ਪਰ ਗੁਰੂ ਸਾਹਿਬ ਨੇ ਸਾਰੀਆਂ ਕਿਰਤਾਂ ਕਰਕੇ ਦਿਖਾਈਆਂ। ਵਪਾਰ ਵੀ ਕੀਤਾ, ਸੱਚਾ ਸੌਦਾ ਕੀਤਾ। ਕਰਤਾਰਪੁਰ ਦੀ ਧਰਤੀ ਤੇ ਹਲ ਵੀ ਵਾਇਆ ਸਤਿਗੁਰਾਂ ਨੇ। ਸਤਿਗੁਰਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੱਟ ਵੀ ਚਲਾਇਆ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਹੀ ਕਰਮ ਸਤਿਗੁਰਾਂ ਨੇ ਕਿਰਤ ਕੀਤੀ। ਪਰ ਇੱਕ ਚੀਜ਼ ਨੂੰ ਨਹੀਂ ਭੁਲਾਇਆ ਵੀ ਕਿਰਤ ਉਸ ਮਾਲਕ ਦੀ ਯਾਦ ਵਿੱਚ ਤੇ ਉਹਦੀ ਪ੍ਰਾਪਤੀ ਦੇ ਲਈ, ਸਹਾਇਤਾ ਲਈ ਵਰਤਿਆ, ਨਾ ਕਿ ਕਿਰਤ ਨੂੰ ਇਸ ਕਰਕੇ ਵਰਤਿਆ ਵੀ ਮੈਂ ਖਾ ਪੀ ਕੇ ਮਰ ਜਾਣਾ, ਬਸ ਇਹ ਕਿਰਤ ਕਰਨੀ। ਨਹੀਂ, ਇਹ ਤਾਂ ਪਸ਼ੂ ਕਰ ਰਹੇ ਨੇ, ਖਾ ਪੀ ਕੇ ਮਰ ਜਾਂਦੇ ਨੇ। ਜੇ ਮਨੁੱਖ ਵੀ ਐਸਾ ਕਰ ਰਿਹਾ ਫਿਰ ਉਹ ਇੱਕ ਸੋਹਣਾ ਸੁਸ਼ੀਲ ਪਸ਼ੂ ਹੀ ਹੈ। ਮਨੁੱਖ ਅਖਵਾਣ ਦਾ ਹੱਕਦਾਰ ਨੇ। ਗੁਰੂ ਸਾਹਿਬ ਨੇ ਕਿਹਾ, ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜਕ ਆਗਿਆ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੇ ਜੀਵ, ਸਤ ਸੰਗਤ ਵਿੱਚ ਬੈਠ ਕੇ ਇਹ ਉੱਤਮ ਕਰਮ ਕਰ। ਇੱਕ ਘੜੀ ਦਾ ਕੀਤਾ ਵੀ ਤੇਰਾ ਬਹੁਤ ਸਫਲਾ ਹੋਏਗਾ। ਬੰਦਾ ਸਾਰੀ ਉਮਰ ਲਈ ਪਹਿਰ ਦੀ, ਰਾਤ ਦੀ, ਦਿਨ ਦੀ, 2 ਪਹਿਰ ਦੀ, ਅਸੀਂ ਕਹਿੰਦੇ ਵੀ 2 ਵਕਤ ਦੀ ਰੋਟੀ ਕਮਾਉਣ ਦੇ ਲਈ ਸਾਰੀ ਉਮਰ ਹੱਡ ਭੰਨਣੇ ਪੈਂਦੇ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਇੱਥੇ ਵੇਖੋ, 2 ਘੜੀ ਦੀ ਸਤ ਸੰਗਤ, ਸਾਰੀ ਉਮਰ ਦੀ ਕਮਾਈ। ਇੱਕ ਪਾਸੇ ਸਾਰੀ ਉਮਰ ਦੀ ਕਮਾਈ ਤੇ 2 ਵਕਤ ਦੀ ਰੋਟੀ ਮਸਾਂ ਮੁਯੱਸਰ ਹੁੰਦੀ ਹੈ, ਤੇ ਇੱਕ ਪਾਸੇ ਸਤਿਗੁਰੂ ਜੀ ਕਹਿੰਦੇ ਇੱਕ ਘੜੀ ਆ ਕੇ ਬੈਠ, ਅੱਧੀ ਘੜੀ ਆ ਕੇ ਬੈਠ। 8 ਪਹਿਰ 60 ਘੜੀ ਮੈਂ ਜੋ ਏਕ ਘਰੀ, ਸਾਧ ਸਮਾਗਮ ਕਰੈ ਨਿਜ ਘਰ ਜਾਤ। ਭਾਈ ਗੁਰਦਾਸ ਜੀ ਕਹਿੰਦੇ ਕੰਮ ਕਰ ਆਪਣੇ, 8 ਪਹਿਰ ਆਪਣੇ ਕੰਮ ਕਰ, ਪਰ ਯਾਦ ਰੱਖ ਇੱਕ ਤੇ ਕੰਮ ਕਰਦਿਆਂ, ਕਿਰਤ ਕਰਦਿਆਂ ਕਰਤਾਰ ਨੂੰ ਨਹੀਂ ਭੁੱਲਣਾ, ਸਦਾ ਉਹਦੀ ਯਾਦ ਬਣੀ ਰਹੇ। ਤੇ ਦੂਜਾ, ਨਿਰੰਤਰ ਸੰਗਤ ਵਿੱਚ ਬੈਠ ਕੇ ਘੜੀ 2 ਘੜੀ ਉਸ ਮਾਲਕ ਦਾ ਸ਼ੁਕਰਾਨਾ, ਉਸ ਮਾਲਕ ਅੱਗੇ ਅਰਦਾਸ ਕਰਨੀ। ਕਹਿੰਦੇ ਇਹ ਘੜੀ ਦਾ ਤੇਰੇ ਕੋਲ ਮੁੱਕਣਾ ਹੀ ਨਹੀਂ, ਭਾਵੇਂ ਜਿੰਨਾ ਚਿਰ ਮਰਜ਼ੀ ਖਾਈ ਜੇ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਏ। ਗੁਰੂ ਸਾਹਿਬ ਜੀ ਕਹਿੰਦੇ ਮੁੱਕਣਾ ਹੀ ਨਹੀਂ ਜੇ ਘੜੀ ਤੂੰ ਸੰਭਾਲ ਲਏਗਾ। ਬਾਕੀ ਭਾਵੇਂ ਕਿੰਨੇ ਘੰਟਿਆਂ ਦਾ ਕਰੀ ਜਾ। ਸਾਡੀ ਕਮਾਈ ਦੀ ਅੱਜ ਕਿੰਨੀ ਕੁ ਔਕਾਤ ਹੈ ਸੰਸਾਰ ਦੇ ਵਿੱਚ। ਬੰਦਾ 20-20 ਘੰਟੇ ਕਰਮ ਕਰਦਾ ਹੈ, ਪਰ ਕੁਝ ਖਿਣਾਂ ਵਿੱਚ ਉਡਾ ਦਿੰਦਾ ਹੈ। ਪਰ ਕਹਿੰਦੇ ਇਹ ਐਸੀ ਕਮਾਈ ਹੈ, ਇਹਦਾ ਕਦੀ ਟੋਟ ਨਹੀਂ ਆਏਗੀ, ਟੋਟ ਨਾ ਆਵੇ ਵੱਧ ਹੋ ਜਾਈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਅਸਲ ਕਮਾਈ ਕਰਨੀ ਹੈ ਨਾ, ਜੇ ਤਰਨਾ ਹੀ ਤੇ ਸਤ ਸੰਗਤ ਵਿੱਚ ਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੀ ਕਿਰਪਾ ਦੇ ਨਾਲ ਉਹ ਅਵਸਥਾ, ਪਰਮ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹਦੇ ਵਿੱਚ ਸੂਕੇ ਕਾਸਟ ਹਰਿਆ, ਸੁੱਕੇ ਮਨ, ਲੱਕੜ ਵਰਗੇ ਕਠੋਰ ਮਨ ਵੀ ਹਰੇ ਹੋ ਜਾਂਦੇ ਨੇ, ਦਰਵ ਜਾਂਦੇ ਨੇ, ਕੋਮਲ ਹੋ ਜਾਂਦੇ ਨੇ ਜਦੋਂ ਉਹ ਸਤ ਸੰਗਤ ਵਿੱਚ ਆ ਜਾਂਦੇ ਨੇ। ਇਤਿਹਾਸ ਗਵਾਹ ਹੈ, ਐਸੇ ਐਸੇ ਲੋਕ ਜਿਨ੍ਹਾਂ ਦਾ ਹਿਰਦਾ ਪੱਥਰ ਵਰਗਾ ਸੀ, ਕਠੋਰ ਸਨ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਗੁਰੂ ਦੀ ਸੰਗਤ ਵਿੱਚ ਆਏ, ਉਹ ਦਰਵ ਗਏ, ਉਹ ਨਿਰਮਲ ਹੋ ਗਏ, ਕਿਉਂਕਿ ਉਹਨਾਂ ਦੀ ਕਿਰਤ ਵਿੱਚ ਸਤਿਗੁਰਾਂ ਨੇ ਸੁਧਾਰ ਲਿਆ। ਤਾਂ ਇੱਕ ਸਾਖੀ ਕਵਾਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਲ ਨਾ ਭਾਈ ਬੋੜ ਜੀ ਆਏ। ਉਹਨਾਂ ਕਿਹਾ, ਸਤਿਗੁਰੂ ਜੀ ਮੈਂ ਕਿਹੜੀ ਕਿਰਤ ਕਰਾਂ? ਹਰ ਬੰਦੇ ਦਾ ਸਵਾਲ ਹੁੰਦਾ, ਉਹ ਆਪਣੇ ਤੋਂ ਸਿਆਣੇ ਨੂੰ ਵੀ ਪੁੱਛਦਾ। ਗੁਰੂ ਸਾਹਿਬ ਨੇ ਬੜੇ ਸੋਹਣੇ ਬਚਨ ਕਹੇ। ਕਹਿੰਦੇ ਬੋੜ ਭਾਈ, ਕਿਰਤ ਕੋਈ ਵੀ ਕਰ, ਇੱਕ ਕਿਰਤ ਕਰਦਿਆਂ ਕਰਤਾਰ ਨੂੰ ਵਿੱਚੋਂ ਮਨਫੀ ਨਾ ਕਰੇ, ਤੇ ਇੱਕ ਕਿਰਤ ਕਰਦਿਆਂ ਕੋਈ ਖੋਟੀ ਕਿਰਤ ਨਾ ਕਰੀ, ਕਿਸੇ ਨਾਲ ਧੱਕਾ ਨਾ ਕਰੀ। ਜਾਂ ਕੋਈ ਵੀ ਕਿਰਤ ਕਰ, ਰੱਬ ਤੇਰੀ ਕਿਰਤ ਨੂੰ ਹੀ ਬੰਦਗੀ ਬਣਾ ਦੇਗਾ। ਉੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਚਨ ਕਿਹਾ, ਜਦੋਂ ਗੁਰੂ ਸਾਹਿਬ ਨੇ ਬਚਨ ਸੁਣੇ ਨਾ, ਸੁਣ ਗੁਰ ਕਹੈ ਕਿਰਤ ਕੋਈ ਕਰੋ। ਗੁਰੂ ਸਾਹਿਬ ਕਿਹਾ ਕੋਈ ਵੀ ਕਿਰਤ ਕਰ, ਪਰ ਉਹਦੇ ਵਿੱਚ ਇੱਕੋ ਧਰਮ ਨਾ ਮਨਫੀ ਹੋਵੇ, ਤੇ ਇੱਕ ਉਹਦੇ ਵਿੱਚ ਕਿਸੇ ਗਰੀਬ ਗਰੀਬੇ ਦਾ ਹੱਕ ਨਾ ਮਾਰਿਆ ਜਾਵੇ, ਉਹਦੇ ਵਿੱਚ ਕਿਸੇ ਨਾਲ ਧੱਕਾ ਨਾ ਕਰੀ। ਜੇ ਇਹ ਕਰਮ ਕਰਦਾ ਤੂੰ, ਫਿਰ ਤਿਸ ਪਾਛੈ ਬਾਂਟ ਪ੍ਰਭੂ ਹਿਤ ਖਾਵੈ, ਤਿਸ ਕੋ ਉਰ ਨਿਰਮਲ ਹੋਏ ਜਾਵੇ। ਗੁਰੂ ਸਾਹਿਬ ਕਹਿੰਦੇ ਇੱਕ ਤਾਂ ਕਿਰਤ ਕਰਨੀ, ਫਿਰ ਉਹਦੇ ਚੋਂ ਵੰਡ ਕੇ ਛਕਣਾ। ਉਸ ਬੰਦੇ ਦੇ ਹਿਰਦੇ ਨੂੰ ਨਿਰਮਲ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਜਿਹਦੀ ਕਿਰਤ ਨਿਰਮਲ ਹੈ, ਉਹਦਾ ਮਨ ਨਿਰਮਲ ਹੋਏਗਾ ਹੀ ਹੋਏਗਾ। ਅੱਜ ਸਾਡੀਆਂ ਕਿਰਤਾਂ ਇੰਨੀਆਂ ਮੈਲੀਆਂ ਹੋ ਗਈਆਂ ਨੇ, ਤੇ ਅਸੀਂ ਕਹਿੰਦੇ ਹਾਂ ਵੀ ਮਨ ਨਿਰਮਲ ਹੋ ਜਾਏ। ਕਿਵੇਂ ਹੋ ਜਾਏਗਾ? ਕਿਰਤ ਦਾ ਪ੍ਰਭਾਵ ਮਨ 'ਤੇ ਹੀ ਪੈਣਾ ਨਾ, ਸਾਡੇ 'ਤੇ ਹੀ ਪੈਣਾ, ਸਾਡੇ ਪਰਿਵਾਰਾਂ 'ਤੇ ਪੈਣਾ। ਸਾਡੀ ਕਿਰਤਾਂ ਦਾ ਖਮਿਆਜਾ ਸਾਡੀਆਂ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ ਹੈ, ਪੈ ਰਿਹਾ ਹੈ। ਇਸ ਕਰਕੇ ਆਪਣੀ ਕਿਰਤ ਨੂੰ ਸਫਲੀ ਕਰੀਏ, ਕਿਰਤ ਨੂੰ ਚੰਗੀ ਕਰੀਏ, ਕਿਰਤ ਨੂੰ ਖਰੀ ਬਣਾਈਏ। ਜਿਹਦੀ ਕਿਰਤ ਚੰਗੀ ਨਹੀਂ,
ਉਹਦਾ ਦੇਣਾ ਉਹਨੂੰ ਦੇਣਾ ਹੀ ਪੈਂਦਾ, ਅੱਜ ਦੇਵੇ ਭਾਵੇਂ ਕੱਲ ਦੇਵੇ। ਇਸ ਕਰਕੇ ਦਰਤਾਰ ਨੇ ਕਿਹਾ ਕਿਰਤ ਕੋਈ ਕਰੋ ਪਰ ਇੱਕ ਕਰਤਾਰ ਮਨਫੀ ਨਾ ਹੋਵੇ ਵਿੱਚੋਂ, ਇੱਕ ਗਰੀਬ ਗਰੀਬੇ ਦਾ ਹੱਕ ਨਾ ਮਾਰਿਆ ਜਾਏ। ਉਹਦੀ ਕਿਰਤ ਕੈਸੀ ਵੀ ਹੋਵੇ, ਪਰਮਾਤਮਾ ਉਹਦੀ ਕਿਰਤ ਤੇ ਤਰੁੱਠੇਗਾ ਤੇ ਉਸ ਕਿਰਤੀ ਸਿੱਖ ਨੂੰ ਗੁਰੂ ਦੇ ਪਰਮੇਸ਼ਵਰ ਦੀ ਰਹਿਮਤ ਦੇ ਨਾਲ ਪਰਮ ਪਦ ਪ੍ਰਾਪਤ ਹੋਏਗਾ। ਉਹ ਥੋੜ੍ਹੀ ਕਿਰਤ ਦੇ ਵਿੱਚ ਹੀ ਸੰਤੋਖੀ ਹੋ ਜਾਏਗਾ, ਥੋੜ੍ਹੇ ਵਿੱਚ ਹੀ ਉਹਨੂੰ ਸੰਤੋਖ ਆਏਗਾ। ਤੇ ਜਿਨ੍ਹਾਂ ਨੇ ਕਿਰਤ ਸਫਲ ਹੀ ਨਹੀਂ ਕੀਤੀ, ਲੱਖਾਂ ਵਾਲੇ ਕਰੋੜਾਂ ਵਾਲੇ, ਦਾਤਾ ਜੀ ਕਹਿੰਦੇ ਵੇਖੋ ਕਿਵੇਂ ਦੁਨੀਆ ਵਿੱਚ ਭੱਜੋ ਭੱਜੀ ਲੱਗੀ ਹੋਈ ਹੈ, ਤਾਹੋ ਤਾਹੀ ਲੱਗੀ ਹੋਈ ਹੈ। ਕਾਰਨ ਕੀ ਹੈ ਕਿ ਸਾਡੀ ਕਿਰਤਾਂ ਵਿੱਚ, ਸਾਡੇ ਕਰਮਾਂ ਵਿੱਚ ਧਰਮ ਨਹੀਂ ਰਿਹਾ। ਤੇ ਜਿਸ ਧਰਮ ਤੇ ਹਰ ਚੀਜ਼ ਵਿੱਚ ਤਾਈਦਾ, ਭਾਵੇਂ ਅਸੀਂ ਰਾਜ ਕਰਨਾ ਹੈ, ਭਾਵੇਂ ਕਿਰਤ ਕਰਨੀ ਹੈ, ਭਾਵੇਂ ਸਮਾਜ ਵਿੱਚ ਰਹਿਣਾ, ਭਾਵੇਂ ਪਰਿਵਾਰ ਵਿੱਚ ਰਹਿਣਾ, ਤੁਸੀਂ ਕਿਤੇ ਵੀ ਰਹਿਣਾ, ਜੇ ਵਿੱਚੋਂ ਧਰਮ ਮਨਫੀ ਹੋ ਗਿਆ, ਧਰਮ ਤੋਂ ਮੁਨਕਰ ਹੋ ਗਏ, ਫਿਰ ਤੁਸੀਂ ਰੱਬ ਦੇ ਪਿਆਰੇ ਅਖਵਾਉਣ ਦੇ ਹੱਕਦਾਰ ਨਹੀਂ, ਫਿਰ ਤੁਸੀਂ ਆਪਣੇ ਜੀਵਨ ਨੂੰ ਸਫਲ ਕਰਵਾਉਣ ਦੇ ਹੱਕਦਾਰ ਨਹੀਂ। ਇਸ ਕਰਕੇ ਆਪਣੇ ਤੋਂ ਲੈ ਕੇ ਪਰਿਵਾਰ, ਸਮਾਜ, ਸੰਸਾਰ, ਜਿੱਥੇ ਵੀ ਮਨੁੱਖ ਜਾਏ ਕਿਰਤ ਕਰੇ। ਕਿਰਤ ਲਈ ਜਾਂਦਾ ਹੈ ਨਾ ਬੰਦਾ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਥਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਕਿਰਤ ਕਿਤੇ ਵੀ ਲੈ ਜਾਏ ਤੂੰ ਆਪਣੇ ਅੰਦਰੋਂ ਪਰਮਾਤਮਾ ਨੂੰ ਨਾ ਵਿਸਾਰੀ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਜੇ ਤੂੰ ਕਹੇ ਜੀ ਮੇਰਾ ਪਰਿਵਾਰ ਹੈ, ਮਾਤਾ ਪਿਤਾ, ਜਨਨ ਮਾਤਾ ਪਿਤਾ ਪਿਤਾ, ਲੋਕ ਦਾ ਅਰਥ ਹੈ ਰਿਸ਼ਤੇਦਾਰ ਸੰਬੰਧੀ, ਸੁੱਤ ਦਾ ਅਰਥ ਹੈ ਪੁੱਤਰ ਧੀਆਂ, ਤੇ ਬਨਤਾ ਦਾ ਅਰਥ ਹੈ ਇਸਤਰੀ, ਇਹਨਾਂ ਲਈ ਬੰਦਾ ਕਿਰਤ ਕਰਦਾ ਨਾ। ਪਰ ਕਹਿੰਦੇ ਕਿਰਤ ਕਰੀ ਇਹਨਾਂ ਲਈ, ਭਾਵੇਂ ਇਹਨਾਂ ਨੂੰ ਥੋੜਾ ਖਵਾ ਦੀ, ਧਰਮ ਦੀ ਕਰੀ। ਤੇ ਜੇ ਕੋਈ ਕਹੇ ਵੀ ਪਰਪੰਚ ਕਰਕੇ ਮੈਂ ਤਾਂ ਆਪਣਾ ਪਰਿਵਾਰ ਖੁਸ਼ ਕਰਨਾ ਹੈ, ਗੁਰੂ ਸਾਹਿਬ ਕਹਿੰਦੇ ਇਹਨਾਂ ਤੇਰਾ ਸਹਾਰਾ ਨਹੀਂ ਬਣਨਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਤੇਰੀ ਜਿੰਦ ਨੂੰ ਨਵੇੜਾ ਹੋਣਾ, ਤੇਰੀ ਜਿੰਦ ਦਾ, ਤੇਰੇ ਜਿੰਦ ਤੋਂ ਹਿਸਾਬ ਮੰਗਣਾ ਹੈ। ਇਸ ਕਰਕੇ ਦਾਦਾ ਜੀ ਕਹਿੰਦੇ ਨਾ ਪਿਤਾ ਨਾ ਬਾਪ। ਇਹਦਾ ਮਤਲਬ ਇਹ ਨਹੀਂ ਵੀ ਇਹਨਾਂ ਨੂੰ ਭੁੱਖੇ ਮਾਰ ਦਿਓ, ਇਹ ਸਮਝਣਾ ਨਹੀਂ ਵੀ ਮਾਂ ਬਾਪ ਭੈਣ ਭਰਾ ਧੀਆਂ ਪੁੱਤਰਾਂ ਲਈ ਜੀ ਮੈਂ ਕੁਝ ਨਹੀਂ ਕਰਨਾ। ਕਰਨਾ ਸਭ ਲਈ ਹੈ ਜੋ ਤੈਨੂੰ ਮਿਲਿਆ ਇਹ ਜੀਵਨ, ਪਰ ਕਰਦਿਆਂ ਕਰਤੇ ਵਾਲਾ ਭਾਵ ਛੱਡਣਾ ਹੈ ਤੇ ਕਰਦਿਆਂ ਅਧਰਮ ਦੀ ਕਿਰਤ ਨਹੀਂ ਕਰਨੀ, ਤਾਂ ਸਫਲ ਹੈ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਗੁਰੂ ਸਾਹਿਬ ਕਹਿੰਦੇ ਭਉ ਛੱਡ ਦੇ ਵੀ ਮੇਰਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਬਣੇਗਾ, ਮੇਰਾ ਪੇਟ ਕਿਵੇਂ ਪਲੇਗਾ। ਗੁਰੂ ਸਾਹਿਬ ਕਹਿੰਦੇ ਸਿਰ ਸਿਰ ਰਿਜ਼ਕ ਸੰਭਾਹੇ, ਜੋ ਜੰਮਿਆ ਨਾ ਉਹ ਆਪਣਾ ਭਾਗ ਲੈ ਕੇ ਆਇਆ, ਜੋ ਜੰਮਿਆ ਆਪਣੀ ਪਰਾਲਬਧ ਲੈ ਕੇ ਆਇਆ ਹੈ। ਤੇਰੇ ਘਰ ਭਾਵੇਂ ਆਇਆ ਪਰ ਉਹਦੇ ਆਪਣੇ ਭਾਗ ਨੇ, ਆਪਣਾ ਸਭ ਕੋਈ ਖਾਂਦਾ ਹੈ, ਕਿਸੇ ਦਾ ਨਹੀਂ ਖਾਂਦਾ। ਇਸ ਕਰਕੇ ਭਉ ਕੱਢ ਦੇ ਕਿ ਮੈਂ ਨਾ ਰਿਹਾ ਤੇ ਬੱਚਿਆਂ ਦਾ ਕੀ ਹੋਏਗਾ, ਜੇ ਮੇਰੇ ਤੋਂ ਕੋਈ ਕੰਮ ਨਾ ਹੋਇਆ ਮੇਰੇ ਬੱਚਿਆਂ ਦਾ ਕੀ ਬਣੇਗਾ। ਮਨੁੱਖੀ ਮਨ ਹੈ, ਡੋਲ ਜਾਂਦਾ ਹੈ, ਪਰ ਗੁਰੂ ਸਾਹਿਬ ਕਹਿੰਦੇ ਫਿਰ ਡੋਲੇ ਨੂੰ ਪਰਮਾਤਮਾ ਦੇ ਸ਼ਬਦ ਵਿੱਚ ਜੋੜ। ਇਹ ਦੁਹਰਾ ਪੰਕਤੀਆਂ ਵੀ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਊਡੇ ਉਡ ਆਵੈ ਸਹਿ ਕੋਸਾਂ। ਇੱਥੇ ਫਿਰ ਉਹਨਾਂ ਪੰਛੀਆਂ ਦਾ ਜ਼ਿਕਰ ਕੀਤਾ ਵੀ ਬੰਦੇ ਇਹਨਾਂ ਤੋਂ ਸਿੱਖ ਲੈ। ਸਹਿ ਕੋਸਾਂ ਕਹਿੰਦੇ ਸੈਂਕੜੇ ਕੋਹਾਂ ਤੋਂ ਉੱਡ ਕੇ ਕੂੰਜ ਆਉਂਦੀ ਹੈ, ਪਾਛੈ ਬਚਰੇ ਛਰਿਆ, ਉਹ ਆਪਣੇ ਬੱਚੇ ਪਿੱਛੇ ਛੱਡ ਆਉਂਦੀ ਹੈ। ਜਿਵੇਂ ਮਨੁੱਖ ਪ੍ਰਦੇਸ਼ਾਂ ਵਿੱਚ ਜਾਂਦਾ ਆਪਣੇ ਬੱਚੇ ਪਿੱਛੇ ਛੱਡ ਜਾਂਦਾ, ਪਰ ਉਹ ਤਾਂ ਆਪਣੀ ਪੂੰਜੀ ਘੱਲਦਾ। ਪਰ ਜਾਨਵਰਾਂ ਨੇ ਕਿਹੜਾ ਕੋਈ ਧਨ ਕਮਾਣਾ, ਪਦਾਰਥ ਕਮਾਣੇ, ਉਹਨਾਂ ਤੇ ਬਸ ਰਿਜ਼ਕ ਕਮਾਣਾ। ਗੁਰੂ ਸਾਹਿਬ ਕਹਿੰਦੇ ਕੋਹਾਂ ਤੋਂ ਦੂਰ ਆ ਕੇ ਆਪਣੇ ਬੱਚੇ ਪਿੱਛੇ ਛੱਡ ਆਉਂਦੇ ਨੇ। ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਉਹਨਾਂ ਨੂੰ ਨਾ ਕੋਈ ਚੋਗਾ ਦਿੰਦਾ, ਨਾ ਕੋਈ ਖਾਣ ਦਾ ਹੋਰ ਪ੍ਰਬੰਧ ਹੈ। ਮਨ ਮੈਂ ਸਿਮਰਨ ਕਰਿਆ, ਉਹ ਅਕਾਲ ਪੁਰਖ ਵਾਹਿਗੁਰੂ ਦਾ ਆਪਣੇ ਬੱਚਿਆਂ ਦਾ ਸਿਮਰਨ ਕਰਦੇ ਨੇ, ਪਰਮੇਸ਼ਵਰ ਨੂੰ ਧਿਆਉਂਦੇ ਨੇ। ਉਹ ਜੀਵ ਤੇ ਪਰਮਾਤਮਾ ਉਹਨਾਂ ਨੂੰ ਪਾਲਦਾ ਹੈ, ਉਹਨਾਂ ਦਾ ਮੂੰਹ ਅੱਡਿਆ ਜਾਂਦਾ ਹੈ ਤੇ ਉਹਨਾਂ ਦੇ ਅੰਦਰ ਆਪ ਹੀ ਭੰਬਟ ਉੱਡ ਕੇ ਪੈ ਜਾਂਦੇ ਨੇ। ਉਹਨਾਂ ਦਾ ਪਰਵਰਿਸ਼ ਹੋ ਜਾਂਦੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਪਰਮਾਤਮਾ ਨੇ ਆਪਣੇ ਕਰ ਤਲ, ਆਪਣੇ ਹੱਥ ਦੀ ਤਲੀ ਤੇ ਸਾਰੇ ਖਜ਼ਾਨੇ ਟਿਕਾਏ ਨੇ। 9 ਨਿਧੀਆਂ 18 ਸਿੱਧੀਆਂ। ਤੇ ਫਿਰ ਉਹਨੂੰ ਧਿਆ ਲਈਏ, ਉਹਨੂੰ ਜਪ ਲਈਏ। ਅਸੀਂ ਉਹਦੇ ਕੋਲ ਜਾਂਦੇ ਹਾਂ ਨਾ ਜਿਹਦੇ ਕੋਲ ਸਾਰਾ ਕੁਝ ਹੋਵੇ, ਵੀ ਉਹਦੇ ਚਰਨਾਂ 'ਚ ਜਾਈਏ ਤੇ ਮਿਲ ਜਾਏ। ਗੁਰੂ ਸਾਹਿਬ ਕਹਿੰਦੇ ਸਾਰਾ ਕੁਝ ਪਰਮਾਤਮਾ ਕੋਲ ਹੈ, ਉਹਦੇ ਚਰਨਾਂ 'ਚ ਜਾ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਠਾਕੁਰ ਦੇ ਚਰਨਾਂ ਵਿੱਚ ਪੈ ਕੇ ਕੀਰਤੀ ਕਰ ਠਾਕੁਰ ਦੀ, ਹੇ ਵਾਹਿਗੁਰੂ
मैं तेरे तो वारने बलिहारने जाना, मैं तेरे तो वारने जाना, तेरा अंत नहीं पाया जा सकता। इस करके मेरा, मेरे परिवार का, मेरी रोज़ी का, मेरे आहर का तैनूं फिक्र है। जदों असीं परमात्मा नूं समर्पित हो जावांगे फिर परमात्मा तो पहले ही साडी रोज़ी दे आहर विच लग्या। बस अपने चिंतन नूं बदलना है, अपनी सोच नूं बदलना है, अपने विचारां विच ये बदलाव लियाउणा है भी मैं करता नहीं, करता एक अकाल पुरख वाहिगुरू है। वेखो साडा जीवन ही तब्दील हो जाएगा, एक विचार ही जीवन तब्दील कर दिंदा है। गुरु कृपा करे। धन गुरु अर्जन देव सच्चे पातशाह जी ने अज इस पावन पवित्र शब्द अंदर ही रहमत कृपालता की है। धर्म वाला उद्यम करिए, उस उद्यम नूं करके कमाई विचों दसवंध कढ़ीए, गुरु निमित्त दसवंध कढ़ीए, अपने धर्म नूं, अपने बच्चियां नूं सफल करिए ते व्यर्थ दी चिंता नूं त्याग दईए। परमात्मा इस जीवन नूं सफल बना देगा। इन्नियां बेनतियां प्रवान करनियां। विचारां करदियां बेअंत भुल्लां हो गईयां ने आप संगत। धन गुरु ग्रंथ साहिब महाराज जी, धन गुरु हरकृष्ण साहिब महाराज सच्चे पातशाह जी बख्शन योग ने बख्श लैणगे। आप समूह संगत का धन्नवाद, समूह दिल्ली गुरुद्वारा सिख प्रबंधक कमेटी के सारे सेवादारां का धन्नवाद, ग्रंथी साहबानां का धन्नवाद। प्यार सहित फतेह बुलाओ जी। वाहिगुरू जी का खालसा, वाहिगुरू जी की फतेह। सतनाम वाहिगुरू।